ਦਾਰੂ ਦਾ ਪੀਣੀ ਹੈ ਚਿਲਡ ਕਰਕੇ ਤੇ ਉਹਦੇ ਨਾਲ ਚਿੱਲੀ ਚਿਕਨ ਅੱਗ ਵਰਗਾ ਖਾਣਾ, ਤੇ ਫਿਰ ਅੰਦਰ ਤਾਂ ਘਮਸਾਨ ਪੈਣਾ ਹੀ ਆ। ਜੇ ਤੁਸੀਂ ਤੰਦਰੁਸਤ ਹੋ ਤਾਂ ਤੁਹਾਡੇ ਲਈ ਕਹਿੰਦੇ ਨੇ ਬਾਣ ਦਾ ਮੰਜਾ ਵੀ ਵਧੀਆ ਲੱਗਦਾ। ਜੇ ਤੁਹਾਡੇ ਸਰੀਰ ਦੇ ਵਿੱਚ ਦਰਦਾਂ ਨੇ, ਤੁਹਾਨੂੰ ਨੀਂਦ ਨਹੀਂ ਆਉਂਦੀ, ਪਾਸੇ ਮਾਰੀ ਜਾਂਦੇ ਹੋ, ਫਿਰ ਚਾਹੇ ਮਖਮਲ ਦੇ ਗੱਦੇ ਤੇ ਪੈ ਜਾਓ, ਚਾਹੇ ਸੋਨੇ ਦੇ ਬੈੱਡ ਤੇ ਪੈ ਜਾਓ, ਫਿਰ ਤਾਂ ਰੌਲਾ ਉਹੀ ਰਹਿਣਾ। ਫਿਰ ਤੁਸੀਂ ਜਿਵੇਂ ਰੋਟੀ ਖਾਂਦੇ ਹੋ, ਰੋਟੀ ਦੇ ਨਾਲ ਚਾਵਲ ਨਾ ਖਾਇਆ ਕਰੋ, ਪਾਲਕ ਖਾਂਦੇ ਹੋ, ਪਾਲਕ ਦੇ ਨਾਲ ਪਨੀਰ ਨਾ ਖਾਇਆ ਕਰੋ। ਜੇ ਤੁਸੀਂ ਸਾਗ ਖਾਂਦੇ ਹੋ, ਸਾਗ ਦੇ ਵਿੱਚ ਪਾਲਕ ਨਾ ਪਾਇਆ ਕਰੋ, ਸਾਗ ਦੇ ਵਿੱਚ ਬਾਥੂ ਪਾ ਲਓ, ਮੇਥੀ ਪਾ ਲਓ, ਉਹਦੇ ਵਿੱਚ ਚਲਾਈ ਪਾ ਲਓ, ਸਰੋਂ ਦਾ ਸਾਗ ਬਣਾ ਲਓ। ਪਰ ਜੇ ਤੁਸੀਂ ਉਹਦੇ ਵਿੱਚ ਪਾਲਕ ਪਾਤਾ, ਸਾਰਾ ਹੀ ਸਿਸਟਮ ਖਰਾਬ ਹੋ ਜਾਂਦਾ ਹੈ। ਰਾਤ ਬਰਾਤ ਸਿਰ ਚਲਾ ਕੇ ਸੌਂ ਜਾਓ, ਚੰਗੀ ਤਰ੍ਹਾਂ ਚੋਪੜ ਕੇ ਕੱਪੜਾ ਬੰਨ ਲਓ, ਹੋਰ ਕੀ ਹੋਊਗਾ। ਉਹਦੇ ਨਾਲ ਥੋੜਾ ਜਿਹਾ ਦਿਮਾਗ ਨੂੰ, ਬ੍ਰੇਨ ਨੂੰ ਔਰ ਸਕਿਨ ਨੂੰ ਲੁਬਰੀਕੇਸ਼ਨ ਮਿਲਦਾ। ਤੇਲ ਜਿਹੜਾ ਹੈਗਾ ਤੁਸੀਂ ਜਿੱਥੇ ਵੀ ਬੋਡੀ ਦੇ ਵਿੱਚ ਦੇ ਸਕਦੇ ਹੋ ਦਿਓ, ਜਿੱਥੇ ਬਾਬਾ, ਜਿਵੇਂ ਤੁਹਾਡੀ ਅੰਡਰ ਆਰਮ ਹੈ, ਕੱਛਾਂ ਦੇ ਵਿੱਚ ਕਦੇ ਨਹੀਂ ਤੇਲ ਲਾਇਆ ਹੋਣਾ ਤੁਸੀਂ। ਜਦੋਂ ਮੈਂ ਕਹੂੰਗਾ ਅੱਧੇ ਤਾਂ ਐਂ ਕਹਿਣਗੇ ਗੋਇਲ ਦਾ ਦਿਮਾਗ ਖਰਾਬ ਆ, ਕੱਛਾਂ 'ਚ ਵੀ ਕੋਈ ਤੇਲ ਲਾਉਂਦਾ। ਉਹ ਕਦੇ ਮੋਢਿਆਂ 'ਚ ਦਰਦ ਨਹੀਂ ਹੁੰਦਾ, ਐ ਜਿਹੜਾ ਸਰਵਾਈਕਲ ਦਾ ਦਰਦ ਕਹਿੰਦੇ ਰਹਿੰਦੇ ਨਾ, ਇਹ ਸਰਵਾਈਕਲ ਹੋ ਗਿਆ। ਤੁਸੀਂ ਕਦੇ ਕੱਛਾਂ 'ਚ ਤੇਲ ਲਾਉਣਾ ਸ਼ੁਰੂ ਕਰ ਦਿਓ, ਤੁਸੀਂ ਦੇਖੋ ਕਿੰਨਾ ਫਾਇਦਾ ਹੁੰਦਾ। ਮੈਂ ਕਿਸੇ ਨੂੰ ਪੀਣੋਂ ਨਹੀਂ ਰੋਕਦਾ, ਮੈਂ ਪਰ ਸ਼ਰਾਬ ਦੇ ਸਾਈਡ ਇਫੈਕਟ ਜ਼ਰੂਰ ਦੱਸਦਾ ਵੀ ਇਹਦੇ ਨੁਕਸਾਨ ਕੀ ਨੇ। ਉਹਦਾ ਨੁਕਸਾਨ ਕੀ ਹੈ, ਜਦੋਂ ਤੁਹਾਨੂੰ ਕੋਈ ਬਿਮਾਰੀ ਹੋ ਗਈ, ਚਾਹੇ ਉਹ ਸ਼ੂਗਰ ਹੈ, ਚਾਹੇ ਉਹ BP ਦੀ ਆ, ਚਾਹੇ ਉਹ ਗੋਡਿਆਂ ਮੋਢਿਆਂ ਦੀ ਆ, ਚਾਹੇ ਹਾਰਟ ਦੀ ਹੈ, ਚਾਹੇ ਕੈਂਸਰ ਦੀ ਆ, ਚਾਹੇ ਕਾਸੇ ਦੀ ਆ, ਜਦੋਂ ਤੁਹਾਨੂੰ ਬਿਮਾਰੀ ਹੋ ਗਈ ਤਾਂ ਇਹ ਲਾਮਤ ਜਦੇ ਛੱਡ ਦੇਣੀ ਚਾਹੀਦੀ ਹੈ। ਲੋਕ ਕਹਿੰਦੇ ਨੇ ਨੁਸਖੇ ਢਿੱਡ 'ਚ ਲੈ ਕੇ ਮਰ ਜਾਂਦੇ ਨੇ, ਵੈਦ ਦੱਸਦੇ ਨਹੀਂ। ਮੈਨੂੰ ਤਾਂ ਵੀ ਇਹ ਗੱਲ ਦਿਲੋਂ ਲੱਗੀ ਹੋਈ ਆ, ਮੈਂ ਤਾਂ ਦੱਸ ਕੇ ਜਾਊਂ ਸਾਰਿਆਂ ਨੂੰ ਜੋ ਮਰਜ਼ੀ ਹੋ ਜੇ। ਲੋਕ ਕਹਿੰਦੇ ਨੇ ਸ਼ੂਗਰ ਜੜੋਂ ਖਤਮ ਹੋ ਜੂਗੀ, ਭਾਈ ਉਹਨਾਂ ਦਾ ਰੱਬ ਹੀ ਰੱਖਾ। ਉਹ ਗੱਲ ਮੈਂ ਨਹੀਂ ਕਰ ਸਕਦਾ, ਕਿਉਂਕਿ ਸ਼ੂਗਰ ਐਸੀ ਬਿਮਾਰੀ ਹੈ, ਇਹ ਤੁਹਾਡੇ ਨਾਲ ਹੀ ਜਾਊਗੀ, ਸਾਂਭ ਕੇ ਤੁਸੀਂ ਰੱਖਣੀ ਹੈ ਵੀ ਵਧੇ ਨਾ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਵੇਖ ਅਤੇ ਸੁਣ ਰਹੇ ਹੋ ਤੁਸੀਂ। ਸਿਹਤ ਮੁਤਲਕ ਇੱਕ ਵਿਸ਼ੇਸ਼ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਹਰ ਵਾਰ ਦੀ ਤਰ੍ਹਾਂ ਸਾਡੇ ਨਾਲ ਇਸ ਵਾਰ ਵੀ ਮੌਜੂਦ ਨੇ ਸੁਭਾਸ਼ ਗੋਇਲ ਜੀ, ਜਿਹੜੇ ਕਿ ਵਰਦਾਨ ਆਯੁਰਵੈਦਿਕਸ ਤੋਂ ਆਉਂਦੇ ਨੇ। ਗੱਲਬਾਤ ਉਹਨਾਂ ਦੇ ਨਾਲ ਕਰਾਂਗੇ। ਅੱਜ ਦੇ ਵਿਸ਼ੇ ਜਿਹੜੇ ਹੋਣਗੇ ਉਹਨਾਂ ਦੀ ਤੁਹਾਡੇ ਨਾਲ ਜਦੋਂ ਸਾਂਝ ਪਵਾਵਾਂਗੇ, ਕਈ ਕੁਝ ਰਾਹ ਤੁਹਾਨੂੰ ਖੁੱਲਣਗੇ, ਕਈ ਕੁਝ ਜਾਣਕਾਰੀਆਂ ਤੁਹਾਡੇ ਨਾਲ ਅਜਿਹੀਆਂ ਸਾਂਝੀਆਂ ਕਰਾਂਗੇ ਜਿਹੜੀਆਂ ਕਿ ਤੁਸੀਂ ਜਾਣ ਕੇ ਹੈਰਾਨ ਵੀ ਹੋਵੋਗੇ ਤੇ ਤੁਹਾਨੂੰ ਪਤਾ ਵੀ ਲੱਗੂਗਾ ਕਿ ਇਹਨਾਂ ਦਾ ਹੱਲ ਕਿੰਨਾ ਆਸਾਨ ਹੈ ਤੇ ਕਿਵੇਂ ਕਰਨਾ ਹੈ। ਸੋ ਸਿੱਧਾ ਸੁਭਾਸ਼ ਗੋਇਲ ਜੀ ਵੱਲ ਚੱਲਦੇ ਹਾਂ। ਉਸ ਤੋਂ ਬਾਅਦ ਇੱਕ ਇੱਕ ਕਰਕੇ ਉਹਨਾਂ ਤੋਂ ਹਰੇਕ ਟੌਪਿਕ ਦੇ ਉੱਪਰ ਜਾਣਕਾਰੀ ਲਵਾਂਗੇ। ਸੋ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ। ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ। ਔਰ ਜਿੰਨੇ ਵੀ ਦਰਸ਼ਕ ਆਪਣਾ ਚੈਨਲ ਦੇਖ ਰਹੇ ਆ, ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ, ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ, ਨਮਸਕਾਰ ਜੀ। ਸੋ ਗੋਇਲ ਸਾਹਿਬ, ਹੁਣ ਤਾਂ ਪੰਜਾਬ ਦੇ ਵਿੱਚ ਮੌਸਮ ਪੂਰੇ ਮੋੜੇ ਤੇ ਹੈ। ਇਸ ਟਾਈਮ ਕਹਿ ਲਓ ਵੀ ਏਦਾਂ ਦਾ ਵੈਦਰ ਹੋਇਆ ਪਿਆ। ਇਹਨਾਂ ਦਿਨਾਂ 'ਚ ਕਿਹਾ ਜਾਂਦਾ ਵੀ ਮੌਸਮ ਤਾਂ ਸੋਹਣਾ, ਪਰ ਸਿਹਤ ਥੋੜੀ ਗੜਬੜ ਜੀ ਰਹਿੰਦੀ ਆ। ਬਹੁਤ ਲੋਕ ਅੱਗੇ ਤਾਂ ਇਹ ਵੀ ਕਿਹਾ ਜਾਂਦਾ ਹੁੰਦਾ ਸੀ ਵੀ ਪੰਜਾਬ ਦੇ ਵਿੱਚ ਵੀ ਕਣਕਾਂ ਦੀ ਜਿਹੜੀ ਉਹ ਕਣਕਾਂ ਬਦਲ ਰਹੀਆਂ ਨੇ, ਸਮੈਲ ਆ ਰਹੀ ਹੈ ਕਣਕ ਦੀ, ਉਸ ਕਰਕੇ ਬਹੁਤ ਲੋਕ ਬਿਮਾਰ ਹੋ ਰਹੇ ਨੇ। ਏਦਾਂ ਦੀਆਂ ਸਮੱਸਿਆਵਾਂ ਅੱਗੇ ਪੰਜਾਬ 'ਚ ਬਹੁਤ ਹੁੰਦੀਆਂ ਸੀ। ਉਹਨਾਂ ਦਾ ਕੀ ਹਾਲ ਹੈ, ਪਹਿਲਾਂ ਉਹ ਦੱਸੋ। ਨਹੀਂ, ਉਹ ਹੁਣ ਵੀ ਨੇ, ਪਰ ਹੁਣ ਆਏ ਆ ਵੀ ਤੀਜ ਤਿਉਹਾਰ ਆ ਰਹੇ ਨੇ, ਬਹੁਤ ਵਧੀਆ ਮਾਹੌਲ ਬਣਿਆ ਹੋਇਆ, ਲੋਕਾਂ ਦਾ ਰੁਝਾਨ ਬਣਿਆ ਹੋਇਆ। ਦੀਵਾਲੀ, ਦੁਸਹਿਰੇ, ਗੁਰਪੁਰਬ ਦੀ ਤਿਆਰੀ ਆ ਤੇ ਉਹਦੇ ਵਿੱਚ ਲੋਕ ਉਲਝੇ ਹੋਏ ਨੇ। ਜਦੋਂ ਲੋਕ ਫਿਰ ਤਿਉਹਾਰਾਂ 'ਚ ਪੈ ਜਾਂਦੇ ਆ, ਫਿਰ ਉਹ ਮਾੜੇ ਮੋਟੇ ਸੱਟਾਂ ਫੇਟਾਂ ਨੂੰ ਜਾਂ ਦੁੱਖ ਤਕਲੀਫਾਂ ਨੂੰ ਸਮਝਦੇ ਵੀ ਨਹੀਂ। ਸ਼ੂਗਰ ਸ਼ਾਗਰ ਨੂੰ ਵੀ ਕਹਿ ਦਿੰਦੇ ਆ, ਡਾਕਟਰ ਦਾ ਕੀ ਐਵੇਂ ਬੋਲੀ ਜਾਂਦਾ, ਖਾ ਲਾ ਮਾੜੀਆਂ ਜਲੇਬੀਆਂ ਯਾਰ, ਇਹ ਕਿਹੜਾ ਠੰਡ ਜੀ ਦਾ ਮੌਸਮ ਹੈ, ਗਰਮ ਗਰਮ ਖਾ ਲਾ ਗੁਲਾਬ ਜਾਮਣਾ, ਉਹ ਕਰ ਲੈਂਦੇ ਆ ਹੇਠ ਉੱਤਾ। ਤੇ ਇਹ ਜਿਹੜੀ ਚੀਜ਼ ਆ, ਜਿਵੇਂ ਹੁਣ ਮੰਨ ਲਓ ਇਹਨਾਂ ਨੇ ਪੈਗ ਪੁੱਗ ਆਪਣੇ ਵੀਰਾਂ ਨੇ ਭੈਣਾਂ ਨੇ ਲਾਉਣਾ, ਤਾਂ ਉਹ ਵੀ ਫਿਰ ਕਰ ਲੈਂਦੇ ਨੇ ਵਿੱਚ ਹੀ ਹੇਠ ਉੱਤਾ ਵੀ ਕੋਈ ਗੱਲ ਨਹੀਂ, ਸਵੇਰੇ 2 ਗੋਲੀਆਂ ਵੱਧ ਖਾ ਲਾਂਗੇ। ਬਈ ਉਹਨਾਂ ਨੂੰ ਡਾਕਟਰਾਂ ਦਾ ਵੀ ਫਿਕਰ ਆ, ਉਹਨਾਂ ਨੂੰ ਠੇਕੇ ਵਾਲਿਆਂ ਦਾ ਵੀ ਫਿਕਰ ਆ ਵੀ ਉਹਨਾਂ ਦਾ ਟੱਬਰ ਵੀ ਨਾ ਭੁੱਖਾ ਮਰ ਜੇ, ਹਨਾ, ਆਪਦੀ ਜ਼ਿੰਦਗੀ ਚਾਹੇ ਖਰਾਬ ਕਰ ਲੈਣ। ਪਰ ਇਹ ਮਾੜੀ ਗੱਲ ਹੈ। ਦੇਖੋ, ਡਾਕਟਰਾਂ ਦਾ ਤੇ ਜਿਹੜਾ ਠੇਕੇ ਵਾਲਿਆਂ ਦਾ ਤਾਂ ਚੱਲੀ ਜਾਣਾ, ਪਹਿਲਾਂ ਆਪਦੀ ਜ਼ਿੰਦਗੀ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਆ। ਉਹ ਅਸੀਂ ਹਮੇਸ਼ਾ ਗੱਲਾਂ ਕਰਦੇ ਰਹਿੰਦੇ ਹਾਂ ਕਿ ਬਾਕੀ ਦੀਆਂ ਸਾਰੀਆਂ ਗੱਲਾਂ ਇੱਕ ਪਾਸੇ ਨੇ, ਸਿਹਤ ਬਹੁਤ ਜ਼ਰੂਰੀ ਹੈ। ਜੇ ਤੁਸੀਂ ਤੰਦਰੁਸਤ ਹੋ ਤਾਂ ਤੁਹਾਡੇ ਲਈ ਕਹਿੰਦੇ ਨੇ ਬਾਣ ਦਾ ਮੰਜਾ ਵੀ ਵਧੀਆ ਲੱਗਦਾ। ਜੇ ਤੁਹਾਡੇ ਸਰੀਰ ਦੇ ਵਿੱਚ ਦਰਦਾਂ ਨੇ, ਤੁਹਾਨੂੰ ਨੀਂਦ ਨਹੀਂ ਆਉਂਦੀ, ਪਾਸੇ ਮਾਰੀ ਜਾਂਦੇ ਹੋ, ਫਿਰ ਚਾਹੇ ਮਖਮਲ ਦੇ ਗੱਦੇ ਤੇ ਪੈ ਜਾਓ, ਚਾਹੇ ਸੋਨੇ ਦੇ ਬੈੱਡ ਤੇ ਪੈ ਜਾਓ, ਫਿਰ ਤਾਂ ਰੌਲਾ ਉਹੀ ਰਹਿਣਾ। ਤੇ ਇਸ ਕਰਕੇ ਹਮੇਸ਼ਾ ਤੰਦਰੁਸਤੀ ਵੱਲ ਖਿਆਲ ਰੱਖੋ। ਕੁਝ ਸਾਡੇ ਵਰਗੇ ਲੋਕ ਨੇ ਜਿਨ੍ਹਾਂ ਦੀ ਡਿਊਟੀ ਬਾਬਾ ਜੀ ਨੇ ਲਾਈ ਹੈ ਵੀ ਅਸੀਂ ਉਹਨਾਂ ਚੀਜ਼ਾਂ ਵੱਲ ਧਿਆਨ ਕਰਾਉਂਦੇ ਰਹਿਣਾ ਵੀ ਭਾਈ ਅੱਜ ਕੱਲ੍ਹ ਲੋਕੀ ਆ, ਤੌਰੀ ਆ,
ਤੋਰੀਆਂ, ਲੌਕੀ ਦੀਆਂ ਸਬਜ਼ੀਆਂ, ਹਨਾ, ਜਾਂ ਧੁਲੀਆਂ ਹੋਈਆਂ, ਧੋਤੀਆਂ ਹੋਈਆਂ ਦਾਲਾਂ, ਧੋਮੀ ਮੂੰਗੀ ਹੋ ਗਈ, ਮਸਰੀ ਹੋ ਗਈ, ਜਾਂ ਛੋਲਿਆਂ ਦੀ ਦਾਲ ਹੋ ਗਈ, ਧੋਤੀਆਂ ਹੋਈਆਂ ਦਾਲਾਂ ਖਾਓ, ਛਿਲਕੇ ਵਾਲੀਆਂ ਘੱਟ ਖਾਓ। ਤੇ ਜ਼ਿਆਦਾਤਰ ਅਸੀਂ ਇਹ ਕਹਿੰਦੇ ਹੁੰਦੇ ਭਾਈ ਪੇਟ ਖਰਾਬ ਰਹਿੰਦਾ ਤਾਂ ਉਹਦਾ ਵੀ ਖਿਆਲ ਰੱਖੋ। ਜੇ ਨੱਕ ਸੁੜ-ਸੁੜ ਕਰਦਾ, ਊਂ ਲੱਗਦਾ ਤਾਂ ਵਧੀਆ, ਕਈ ਵਾਰੀ ਸਰਦੀ ਜਿਹੇ 'ਚ ਮਾਹੌਲ ਜਿਹਾ ਬਣ ਜਾਂਦਾ ਵੀ ਚੱਲ ਠੀਕ ਹੈ ਯਾਰ, ਮੌਸਮ ਚੇਂਜ ਜਿਹਾ ਹੋਇਆ, ਨਾਲੇ ਬੰਦੇ ਜੀ ਨੂੰ ਜੀ 2 ਮਿੰਟ ਗੱਲ ਕਰਨ ਦਾ ਮੌਕਾ ਮਿਲ ਜਾਂਦਾ ਇੱਕ ਦੂਜੇ ਨਾਲ, ਵੀ ਤੈਨੂੰ ਕੀ ਹੋਇਆ? ਕਹਿੰਦਾ ਯਾਰ ਮੌਸਮ ਦੀ ਅਲਰਜੀ ਜਿਹੀ ਹੋ ਗਈ। ਮਤਲਬ ਟਾਈਮ ਜਿਹਾ ਪਾਸ ਕਰੀ ਜਾਂਦੇ ਆ ਲੋਕ ਗੱਲਾਂ ਮਾਰ ਕੇ। ਪਰ ਇਹਨਾਂ ਤੋਂ ਜੇ ਬਚੇ ਰਹਾਂਗੇ, ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਨੇ ਆਪਾਂ ਉਹ ਤੋਂ ਬਚੇ ਰਹਾਂਗੇ। ਇਹਦੇ ਵਾਸਤੇ ਕੁਛ ਵੀ ਨਹੀਂ ਕਰਨਾ, ਕਾਲੀ ਮਿਰਚ, ਸੁੰਢ, ਅਜਵਾਇਣ, ਇਹ ਬੇਸਣ-ਬੂਸਣ ਪਾ ਕੇ ਵਧੀਆ ਚੀਜ਼ਾਂ ਬਣਾ ਕੇ ਰੱਖੋ, ਚੂਰਨ-ਚਾਰਨ ਘਰੇ, ਸਵੇਰੇ ਜੀ। ਸ਼ਾਮ ਮਾੜਾ ਮੋਟਾ ਖਾ ਲਿਆ ਕਰੋ, ਸ਼ਹਿਦ ਖਾ ਲਿਆ ਕਰੋ, ਨਜ਼ਲਾ-ਨੁਜ਼ਲਾ ਹੁੰਦਾ ਹੀ ਨਹੀਂ। ਇਹ ਤਾਂ ਹੈ। ਸੋ ਤੁਸੀਂ ਤਿਉਹਾਰਾਂ ਦੀ ਗੱਲ ਕੀਤੀ ਹੈ ਤੇ ਤਿਉਹਾਰਾਂ ਦੇ ਵਿੱਚ ਆਪਾਂ ਮਿੱਠਾ ਕੀ ਤੇ ਕਸੈਲਾ ਕੀ ਕੁਝ ਵੀ ਛੱਡਦੇ ਨਹੀਂ, ਜਿੱਦਾਂ ਤੁਸੀਂ ਗੱਲ ਕੀਤੀ ਆ, ਤੇ ਖਾ ਤਾਂ ਲੈਂਦੇ ਆ, ਪਰ ਬਾਅਦ ਚੋਂ ਕਈ ਵਾਰੀ ਕੀ ਹੁੰਦਾ ਹੈ ਕਿ ਪੇਟ ਦੇ ਵਿੱਚ ਗੜਬੜ ਜੀ ਹੋ ਜਾਂਦੀ ਹੈ। ਤੇ ਗੜਬੜ ਜੀ ਉਹ ਕਈ ਤਰ੍ਹਾਂ ਦੀ ਹੁੰਦੀ ਹੈ, ਜਿਹੜੀ ਕਿ ਤੁਸੀਂ ਦੱਸ ਸਕਦੇ ਹੋ। ਸਾਡੇ ਵਰਗੇ ਬੰਦੇ ਨੇ ਤਾਂ ਇਸ਼ਾਰੇ 'ਚ ਹੀ ਇਹੀ ਕਰਨੇ ਆ ਵੀ ਇੱਥੇ ਇੱਕ ਚੀਜ਼ ਜੀ ਉੱਠਦੀ ਹੈ ਜਾਂ ਫਿਰ ਇੱਥੇ ਇੱਕ ਜਲਨ ਹੁੰਦੀ ਹੈ। ਪਰ ਤੁਸੀਂ ਦੱਸਿਓ ਵੀ ਪੇਟ ਦੀਆਂ ਸਮੱਸਿਆਵਾਂ ਮੈਂ ਬਾਰੇ ਕੀ ਕਹਿਣਾ ਇਸ ਸਮੇਂ। ਮੈਂ ਤੁਹਾਨੂੰ ਦੱਸਦਾ ਜੀ, ਪਹਿਲਾਂ ਤਾਂ ਗਰਮ-ਗਰਮ ਖਾ ਲੈਣਾ ਹੈ, ਫਿਰ ਉਹਦੇ ਜੀ ਨਾਲ ਠੰਡਾ-ਠੰਡਾ ਪੀ ਲੈਣਾ, ਚਾਹੇ ਜੀ ਕੁਛ ਵੀ ਕਹਿ ਲਓ। ਜਿਵੇਂ ਮੈਂ ਹਾਂ ਅਕਸਰ ਕਹਿਣਾ ਹੁੰਦਾ ਵੀ ਭਾਈ ਦਾਰੂ ਤਾਂ ਪੀਣੀ ਹੈ ਚਿਲਡ ਕਰਕੇ, ਤੇ ਉਹਦੇ ਨਾਲ ਜੀ ਚਿੱਲੀ ਚਿਕਨ ਅੱਗ ਵਰਗਾ ਖਾਣਾ, ਤੇ ਫਿਰ ਅੰਦਰ ਤਾਂ ਘਮਸਾਨ ਪੈਣਾ ਹੀ ਆ। ਉਹ ਅੱਛਾ ਸਾਡੇ ਕੋਲੇ ਆ ਕੇ ਕੀ ਕਰਨਾ, ਜਾਂ ਹੋਰ ਵੈਦ ਕੋਲੇ, ਕਿਸੇ ਵੀ ਡਾਕਟਰ ਵੈਦ ਕੋਲ ਜਾ ਕੇ ਬੰਦਾ ਗੱਲ ਜੀ ਮੁਕਾ ਦਿੰਦਾ ਵੀ ਡਾਕਟਰ ਸਾਹਿਬ ਢਿੱਡ 'ਚ ਪਤਾ ਨੀ ਕੀ ਗੁੜੂ-ਗੁੜੂ ਜਿਹਾ ਹੋਈ ਜਾਂਦਾ, ਕਾਲਜਾ ਹੂੰ ਜਿਹਾ ਮੱਚੀ ਜਾਂਦਾ, ਪੈਰਾਂ 'ਚੋਂ ਅੱਗ ਜੀ ਨਿਕਲੀ ਜਾਂਦੀ ਆ। ਤੇ ਇਹ ਗੱਲਾਂ ਕਹਿ ਕੇ ਆਪਾਂ ਉਹਦਾ ਠੀਕ ਆ, ਵਧੀਆ ਲੱਗਦਾ, ਪੰਜਾਬੀ ਆਪਾਂ ਬੋਲਦੇ ਆ, ਮੈਂ ਵੀ ਤੁਹਾਡੇ ਨਾਲ ਉਵੇਂ ਗੱਲਾਂ ਕਰਦਾ। ਪਰ ਇਹ ਨਾ, ਜੇ ਆਪਾਂ ਥੋੜ੍ਹਾ ਜਿਹਾ ਖਿਆਲ ਰੱਖੀਏ, ਜਿਵੇਂ ਸੁੰਢ, ਅਜਵਾਇਣ, ਤੇ ਹੋ ਗਿਆ ਨਾ, ਜੀਰਾ, ਸੌਂਫ, ਇਹ ਚੀਜ਼ਾਂ ਨੂੰ ਤਵੇ ਤੇ ਗਰਮ ਕਰਕੇ, ਰੋਸਟ ਕਰਕੇ, ਇਹਨਾਂ ਦਾ ਚੂਰਨ ਬਣਾ ਕੇ ਇਹ ਫੱਕੀ ਲੈਂਦੇ ਰਹੀਏ, ਤਾਂ ਪੇਟ ਦੀ ਗੁੜੂ-ਗੁੜੂ ਜੀ ਊਈਂ ਖਤਮ ਹੋ ਜਾਂਦੀ ਹੈ। ਪਰ ਜਿਹੜੀ ਸਭ ਤੋਂ ਵੱਧ ਵੱਡੀ ਪ੍ਰੋਬਲਮ ਹੈ ਪੇਟ ਦੀ, ਉਹ ਆ ਰਹੀ ਹੈ ਫੈਟੀ ਲੀਵਰ ਦੀ। ਜਿਹੜਾ ਫੈਟੀ ਲੀਵਰ ਹੈ, ਇਹ ਇੱਕ ਬਹੁਤ ਬੜੀ ਸਮੱਸਿਆ ਹੈ, ਇਹਦੇ ਵੱਲ ਧਿਆਨ ਦੇਣ ਦੀ ਲੋੜ ਹੈ। ਇਹਦੇ ਲਈ ਕੋਈ ਘਰੇਲੂ ਟੋਟਕੇ ਕੰਮ ਨਹੀਂ ਕਰਦੇ। ਇਹਦੇ ਵਾਸਤੇ ਤੁਹਾਨੂੰ ਕਿਸੇ ਚੰਗੇ ਵੈਦ ਦੀ ਸਲਾਹ ਲੈ ਕੇ, ਇੱਕ ਆਯੁਰਵੈਦਿਕ ਸਿਸਟਮ ਦੇ ਵਿੱਚ ਜਾ ਕੇ, ਚਰਾਇਤਾ, ਕੁਟਕੀ, ਹੋਰ ਬਹੁਤ ਸਾਰੀਆਂ ਚੀਜ਼ਾਂ, ਕਾਲਮੇਘ, ਏਦਾਂ ਦੀਆਂ ਚੀਜ਼ਾਂ ਪਾ ਕੇ ਬਣੀਆਂ ਹੋਈਆਂ ਜਿਹੜੀਆਂ ਆਯੁਰਵੈਦਿਕ ਦਵਾਈਆਂ ਨੇ, ਉਹੀ ਤੁਹਾਨੂੰ ਇਹ ਫੈਟੀ ਲੀਵਰ ਦੇ ਵਾਸਤੇ ਬਚਾ ਸਕਦੀਆਂ ਨੇ ਇਸ ਬਿਮਾਰੀ ਤੋਂ। ਔਰ ਇਹ ਕੋਈ ਵੱਡੀ ਬਿਮਾਰੀ ਨਹੀਂ ਹੈ। ਮੈਂ ਤੁਹਾਨੂੰ ਦੱਸਾਂ, ਜੇ ਫੈਟੀ ਲੀਵਰ ਹੋ ਗਿਆ ਤਾਂ ਇਹ ਸਮਝੋ ਕਿ 2-3 ਮਹੀਨੇ ਦੀ ਦਵਾਈ ਖਾ ਕੇ ਠੀਕ ਹੋ ਜਾਂਦਾ, ਉਹ ਵੀ ਆਯੁਰਵੈਦਿਕ ਸਿਸਟਮ 'ਚ। ਜੇ ਤੁਸੀਂ ਅੰਗਰੇਜ਼ੀ ਦਵਾਈ ਖਾਂਦੇ ਹੋ ਤਾਂ ਉਹ ਅੰਗਰੇਜ਼ੀ ਵਾਲੇ ਜਾਣਨ ਵੀ ਉਹ ਕਿਵੇਂ ਹੋਣਾ। ਪਰ ਮੈਨੂੰ ਤਾਂ ਹਾਲੇ ਤੱਕ ਕੋਈ ਨਹੀਂ ਮਿਲਿਆ ਜਿਹੜਾ ਕਹਿੰਦਾ ਹੋਵੇ ਮੈਂ ਅੰਗਰੇਜ਼ੀ ਦਵਾਈ ਖਾਧੀ ਸੀ, ਮੇਰਾ ਜੀ 2-3 ਮਹੀਨੇ 'ਚ ਖਹਿੜਾ ਛੁੱਟ ਗਿਆ। ਉਹ ਜ਼ਰੂਰ ਮਿਲਦੇ ਨੇ ਵੀ ਜੀ 5 ਸਾਲ ਹੋ ਗਏ, 3 ਸਾਲ ਹੋ ਗਏ, ਆਹ ਦਵਾਈਆਂ ਖਾਈ ਜਾਂਦੇ ਆ, ਗੋਇਲ ਸਾਹਿਬ ਕੁਛ ਬਣਦਾ ਨਹੀਂ। ਤਾਂ ਫਿਰ ਉਹਨਾਂ ਨੂੰ ਜਦੋਂ ਅਸੀਂ ਆਪਣੀਆਂ ਆਯੁਰਵੈਦਿਕ ਵਾਲੀਆਂ ਦਵਾਈਆਂ ਦਿੰਦੇ ਆ, ਸਾਡੀਆਂ ਤਾਂ ਉਹੀ ਹੁੰਦੀਆਂ ਨੇ ਬਈ, ਸੁੰਢ, ਅਜਵਾਇਣ, ਜੀਰਾ, ਸੌਂਫ ਕਰਕੇ ਅਸੀਂ ਫੜਾ ਦਿੰਦੇ ਆ, ਤੇ ਪੇਸ਼ੈਂਟ ਸਾਡੇ ਜਿਹੜੇ ਆ ਉਹ ਦੱਸ ਦਿੰਦੇ ਆ ਵੀ ਗੁਲ ਸਾਹਿਬ ਬਹੁਤ ਫਾਇਦਾ ਹੋ ਰਿਹਾ, ਬਹੁਤ ਠੀਕ ਆ, ਪਹਿਲਾਂ ਨਾਲੋਂ ਡਕਾਰ ਵੀ ਆ ਜਾਂਦਾ, ਪੇਟ ਦੀ ਗੈਸ ਵੀ ਨਹੀਂ ਬਣਦੀ, ਆਰਾਮ ਨਾਲ ਚੈਨ ਦੀ ਜ਼ਿੰਦਗੀ ਹੈ, ਚੈਨ ਨਾਲ ਸੌਂ ਜਾਂਦੇ ਆ। ਪਹਿਲੇ ਦੂਜੇ ਦਿਨ ਤੋਂ ਇਹ ਫਾਇਦਾ ਜਿਹੜਾ ਨਜ਼ਰ ਆ ਜਾਂਦਾ ਫੈਟੀ ਲੀਵਰ ਵਾਸਤੇ। ਉਹ ਤੁਸੀਂ ਜਦੋਂ ਵੀ ਸਾਡੇ ਨਾਲ ਸੰਪਰਕ ਕਰੋਗੇ, ਉਹਦੀ ਦਵਾਈ ਜ਼ਰੂਰ ਆਪਦੇ ਘਰੇ ਬੈਠੇ ਬਿਠਾਏ ਤੁਸੀਂ ਮੰਗਾ ਲਿਆ ਕਰੋ। ਜੀ ਜੀ। ਸੋ ਉਹੀ ਗੱਲ ਸੀ ਵੀ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਫਿਰ ਏਦਾਂ ਦੀਆਂ ਸਮੱਸਿਆਵਾਂ ਆਉਣਗੀਆਂ ਤੇ ਲੋੜ ਤਾਂ ਤੁਹਾਡੀ ਫਿਰ ਪੈਣੀ ਹੈ। ਸੋ ਨੰਬਰ ਸਕਰੀਨ ਤੇ ਚੱਲ ਰਹੇ ਨੇ, ਤੁਸੀਂ ਸੰਪਰਕ ਕਰ ਸਕਦੇ ਹੋ ਗੋਇਲ ਸਾਹਿਬ ਦੇ ਨਾਲ ਸਿੱਧੇ ਤੌਰ ਤੇ। ਅਕਸਰ ਆਪ ਹੀ WhatsApp ਤੇ ਅਵੇਲੇਬਲ ਰਹਿੰਦੇ ਨੇ। ਉਹਨਾਂ ਦਾ ਖਾਸ ਤੌਰ ਤੇ ਕਹਿਣਾ ਹੁੰਦਾ ਹੈ ਕਿ ਜੇਕਰ ਤੁਸੀਂ WhatsApp ਤੇ ਵੀ ਸੰਪਰਕ ਕਰਦੇ ਹੋ ਤਾਂ ਕਿਰਪਾ ਕਰਕੇ ਮੈਸੇਜ ਬੋਲ ਕੇ ਪਾ ਦਿਓ, ਜਿਹੜਾ ਸੁਣ ਕੇ ਉਹ ਤੁਹਾਡੀ ਸਮੱਸਿਆ ਦਾ ਹੱਲ ਕਰ ਸਕਣ ਤੇ ਤੁਸੀਂ ਵੀ ਉਹਨਾਂ ਦੇ ਕੋਲੋਂ ਪੂਰੀ ਸੰਤੁਸ਼ਟੀ ਦੇ ਨਾਲ ਆਪਣਾ ਜਵਾਬ ਲੈ ਸਕੋ। ਏਦਾਂ ਹੀ ਹੈ ਨਾ ਗੋਇਲ ਸਾਹਿਬ? ਜੀ ਬਿਲਕੁਲ, ਬਿਲਕੁਲ ਤੁਸੀਂ ਦਰੁਸਤ ਕਰਤੀ ਇਹ ਗੱਲ, ਕਿਉਂਕਿ ਜੀ ਹੁਣ ਵੀ ਦੇਖੋ ਤੁਸੀਂ ਇੰਡੀਆ ਦੇ ਵਿੱਚ ਮੇਰੇ ਕੋਲੇ ਸਮਝ ਲਓ ਸਮਾਂ ਜਿਹੜਾ ਇਸ ਟਾਈਮ ਹੋ ਰਿਹਾ, ਆਪਾਂ ਬੈਠੇ ਆ 11 ਵਜੇ ਹੋਏ ਆ ਜੀ। ਆਪਾਂ ਮਸਾਂ ਟਾਈਮ ਕੱਢਦੇ ਆ, ਰਾਤ ਬਰਾਤ ਕਰਕੇ ਟਾਈਮ ਕੱਢ ਕੇ ਆਪਾਂ ਗੱਲਬਾਤ ਕਰ ਲੈਂਦੇ ਆ। ਬਹੁਤ ਸਾਰੇ ਪੇਸ਼ੈਂਟ ਨੇ ਵਿਚਾਰੇ ਜਿਨ੍ਹਾਂ ਨਾਲ ਮੇਰੀ ਗੱਲ ਵੀ ਨਹੀਂ ਹੁੰਦੀ, ਉਹ ਮੈਨੂੰ ਮੈਸੇਜ ਪਾਉਂਦੇ ਰਹਿੰਦੇ ਆ, ਬੜੇ ਰਿਸਪੈਕਟਫੁਲ ਮੈਸੇਜ ਹੁੰਦੇ ਆ ਉਹਨਾਂ ਦੇ, ਕਿਉਂਕਿ ਜ਼ਰੂਰਤਾਂ ਜਿਹੜੀਆਂ ਨੇ ਉਹ ਬਹੁਤ ਬੰਦੇ ਨੂੰ ਕੁਛ ਕਰਾਉਂਦੀਆਂ ਨੇ। ਤਾਂ ਉਹਨਾਂ ਦੇ ਮੈਸੇਜ ਦੇ ਜਵਾਬ ਮੈਂ ਦਿੰਦਾ ਰਹਿੰਦਾ, ਐਸੀ ਗੱਲ ਨਹੀਂ। ਵੋਇਸ ਮੈਸੇਜ ਦਾ ਜਵਾਬ ਤਾਂ ਮੈਂ ਜ਼ਰੂਰ ਦੇ ਦਿੰਦਾ। ਪਰ ਇੱਕ ਚੀਜ਼ ਬਹੁਤ ਜ਼ਰੂਰੀ ਹੈ,
ਕਿ ਜਿਹਨੇ ਵੀ ਮੈਨੂੰ ਮਿਲਣਾ ਹੁੰਦਾ ਚੰਡੀਗੜ੍ਹ ਆਪਣਾ 44 ਸੈਕਟਰ ਦੇ ਵਿੱਚ ਆਫਿਸ ਹੈ 372 ਨੰਬਰ। ਵੀਡੀਓ ਬੈਕ ਕਰਕੇ ਮੇਰਾ ਐਡਰੈਸ ਲਿਖ ਲਿਓ, ਫਿਰ ਸਕਰੀਨ ਤੇ ਵੀ ਲਿਖਿਆ ਹੋਇਆ। ਹੁਣ ਵੀ ਤੁਸੀਂ ਸੁਭਾਸ਼ ਗੋਇਲ ਚੰਡੀਗੜ੍ਹ ਲਿਖੋਗੇ ਤੁਹਾਨੂੰ ਮੈਂ ਲੱਭ ਹੀ ਜਾਣਾ, ਗੂਗਲ ਤੇ ਲਿਖ ਲਿਓ, ਜਿੱਥੇ ਮਰਜ਼ੀ ਮੈਂ ਮਿਲ ਹੀ ਜਾਊਂਗਾ ਤੁਹਾਨੂੰ। ਪਰ ਇਹ ਚੀਜ਼ ਜ਼ਰੂਰੀ ਹੈ ਕਿ ਕੋਈ ਵੀ ਤੁਸੀਂ ਪ੍ਰੋਬਲਮ ਹੈਗੀ ਆ, ਜਿਵੇਂ ਗੋਡਿਆਂ ਦੀ ਪ੍ਰੋਬਲਮ ਆ, ਹੁਣ ਠੰਡ ਹੈ, ਹੁਣ ਠੰਡ ਦੇ ਵਿੱਚ ਇੱਕ ਪਾਸੇ ਤਾਂ ਸਰਦੀ, ਦੂਜੇ ਪਾਸੇ ਤਿਉਹਾਰ ਸ਼ੁਰੂ ਹੋ ਗਏ, ਤੀਜੇ ਪਾਸੇ ਆਪਣਾ ਖਾਣ ਪਾਨ ਥੋੜਾ ਜਿਹਾ ਚੱਕਰ ਖਾ ਜਾਂਦਾ ਇੱਥੇ ਆ ਕੇ, ਕਿਉਂਕਿ ਹੁਣ ਸਾਗ ਤੇ ਮੱਕੀ ਨੇ ਵੀ ਐਂਟਰੀ ਕਰਨੀ ਆ ਆਪਣੀ ਜ਼ਿੰਦਗੀ 'ਚ, ਆਪਣੀ ਜ਼ਿੰਦਗੀ 'ਚ ਲੱਸੀ ਨੇ ਵੀ ਐਂਟਰੀ ਕਰਨੀ ਆ। ਹੁਣ ਜਿਹੜੀ ਚਾਟੀ ਦੀ ਲੱਸੀ ਆ, ਫਿਰ ਉਹਦੇ ਨਾਲ ਜਲੇਬੀਆਂ ਨੇ ਵੀ ਐਂਟਰੀ ਕਰਨੀ ਆ। ਫਿਰ ਤੁਸੀਂ ਦੇਖਿਓ ਵੀ ਹੋਰ ਵੀ ਜਿਹੜੀਆਂ ਗਰਮ ਗਰਮ ਗੁਲਾਬ ਜਾਮਣਾ, ਫਿਰ ਗਰਮ ਗਰਮ ਚਾਹ, ਗਰਮ ਗਰਮ ਕੌਫੀ, ਫਿਰ ਉਹ ਗਰਮ ਗਰਮ ਬਰਗਰ, ਪੀਜੇ, ਸਾਰੀਆਂ ਚੀਜ਼ਾਂ ਨੇ ਸਾਡੀ ਜ਼ਿੰਦਗੀ 'ਚ ਹੁਣ ਐਂਟਰੀ ਕਰ ਦੇਣੀ ਆ। ਫਿਰ ਸਭ ਤੋਂ ਵੱਡੀ ਐਂਟਰੀ ਹੁੰਦੀ ਆ ਅੱਗ ਸੇਕਣ ਦੀ, ਉਹ ਵੀ ਅਸੀਂ ਸੇਕਣੀ ਆ। ਫਿਰ ਅਸੀਂ ਜਿਹੜਾ ਸਾਡਾ ਸਰੀਰ ਨੂੰ ਸੰਭਾਲਣ ਦੀ ਗੱਲ ਹੈ, ਉੱਥੇ ਆ ਕੇ ਅਸੀਂ ਕਈ ਵਾਰੀ ਅਮਨ ਮੱਤੇ ਜੇ ਹੋ ਜਾਂਦੇ ਆ, ਮੂਡੀ ਹੋ ਜਾਂਦੇ ਆ। ਔਰ ਜਿਹੜਾ ਮੂਡੀ ਹੋਣਾ ਇਹ ਬਹੁਤ ਵੱਡਾ ਡੇਂਜਰਸ ਹੁੰਦਾ, ਕਿਉਂਕਿ ਜਦੋਂ ਕੋਈ ਦਵਾਈ ਲੈਣੀ ਆ ਉਹਦਾ ਟਾਈਮ ਚਾਹੀਦਾ ਪੱਕਾ। ਕੋਈ ਚੀਜ਼ ਮੂੰਹ 'ਚ ਪਾਉਣੀ ਹੈ ਉਹਦੇ ਬਾਰੇ ਵਿਚਾਰ ਹੋਣਾ ਬਹੁਤ ਜ਼ਰੂਰੀ ਹੈ। ਵੀ ਗੋਇਲ ਸਾਹਿਬ ਨੇ ਆਪਦੇ ਵੀਡੀਓ 'ਚ ਕਿਹਾ ਸੀ ਵੀ ਮਿੱਤਰੋ, ਜਦੋਂ ਤੱਕ ਤੁਸੀਂ ਕੋਈ ਬਿਮਾਰੀ ਨਹੀਂ, ਜੋ ਮਰਜ਼ੀ ਖਾਓ ਪੀਓ ਕੁਛ ਨਹੀਂ ਹੁੰਦਾ। ਜਦੋਂ ਕੋਈ ਬਿਮਾਰੀ ਹੋ ਗਈ, ਚਾਹੇ ਉਹ ਪੇਟ ਦੀ ਹੈ, ਚਾਹੇ ਉਹ ਸ਼ੂਗਰ ਦੀ ਹੈ, ਚਾਹੇ ਉਹ ਜੋੜਾਂ ਦੇ ਦਰਦ ਦੀ ਹੈ, ਕੋਈ ਵੀ ਹੈ, ਫਿਰ ਤੁਸੀਂ ਜਿਵੇਂ ਰੋਟੀ ਖਾਂਦੇ ਹੋ, ਰੋਟੀ ਦੇ ਨਾਲ ਚਾਵਲ ਨਾ ਖਾਇਆ ਕਰੋ। ਪਾਲਕ ਖਾਂਦੇ ਹੋ, ਪਾਲਕ ਦੇ ਨਾਲ ਪਨੀਰ ਨਾ ਖਾਇਆ ਕਰੋ। ਜੇ ਤੁਸੀਂ ਸਾਗ ਖਾਂਦੇ ਹੋ, ਸਾਗ ਦੇ ਵਿੱਚ ਪਾਲਕ ਨਾ ਪਾਇਆ ਕਰੋ। ਸਾਗ ਦੇ ਵਿੱਚ ਬਾਥੂ ਪਾ ਲਓ, ਮੇਥੀ ਪਾ ਲਓ, ਉਹਦੇ ਵਿੱਚ ਚਲਾਈ ਪਾ ਲਓ, ਸਰੋਂ ਦਾ ਸਾਗ ਬਣਾ ਲਓ। ਪਰ ਜੇ ਤੁਸੀਂ ਉਹਦੇ ਵਿੱਚ ਪਾਲਕ ਪਾਤਾ, ਸਾਰਾ ਹੀ ਸਿਸਟਮ ਖਰਾਬ ਹੋ ਜਾਂਦਾ ਹੈ। ਫਿਰ ਤੁਸੀਂ ਕਈ ਦਿਨ ਉਹਨੂੰ ਖਾਣਾ ਵੀ ਹੁੰਦਾ, ਬਾਸੀ ਕਰਕੇ ਵੀ ਆਪਾਂ ਖਾਂਦੇ ਹਾਂ, ਅਸੀਂ ਵੀ ਖਾਂਦੇ ਹਾਂ, ਮੈਂ ਵੀ ਤੁਹਾਡੇ ਵਿੱਚੋਂ, ਮੈਂ ਕਿਹੜਾ ਬਾਹਰੋਂ ਆ। ਤੇ ਉਹ ਚੀਜ਼ ਜਦੋਂ ਅਸੀਂ ਖਾਂਦੇ ਹਾਂ ਫਿਰ ਉਹ ਪੇਟ ਨੂੰ ਨੁਕਸਾਨ ਕਰਦੀ ਹੈ। ਚਲਾਈ ਦਾ ਸਾਗ ਸਾਡੇ ਲਈ ਸਮਝੋ ਇੱਕ ਮਤਲਬ ਵਰਦਾਨ ਹੈ ਰੱਬ ਦਾ ਦਿੱਤਾ ਹੋਇਆ, ਜਿਹਦੇ ਵਿੱਚ ਸਾਰੇ ਮਿਨਰਲਸ ਨੇ। ਤਾਂ ਇਹ ਥੋੜ੍ਹੀ ਥੋੜ੍ਹੀ ਚੀਜ਼ਾਂ ਨੇ, ਇਹਨੂੰ ਖਾਣਾ। ਫਿਰ ਉਹ 'ਚ ਅਦਰਕ ਪਾ ਲਓ, ਹਰੀ ਮਿਰਚ ਪਾ ਲਓ, ਉਹਦੇ ਵਿੱਚ ਮਸਾਲੇ ਜਿਹੜੇ ਨੇ ਉਹ ਵਾਲੇ ਪਾਓ ਜਿਹੜੇ ਸਾਡੀ ਗੈਸਟ੍ਰਿਕ ਪ੍ਰੋਬਲਮ ਨਾ ਹੋਣ ਦੇਣ, ਜਿਵੇਂ ਸੁੰਡ ਹੈ, ਅਜਵੈਣ ਹੈ, ਜੀਰਾ ਹੈ, ਇਹੋ ਜਿਹੀਆਂ ਚੀਜ਼ਾਂ ਪਾਓ। ਉਹਦੇ ਵਿੱਚ ਸਫੇਦ ਜੀਰਾ ਪਾਓ। ਇਹ ਚੀਜ਼ਾਂ ਜਿਹੜੀਆਂ ਨੇ ਫਾਇਦਾ ਕਰਦੀਆਂ ਨੇ। ਜ਼ਿਆਦਾ ਗਰਮ ਮਸਾਲੇ ਨਾ ਹੀ ਯੂਜ਼ ਕਰੋ ਤਾਂ ਕੋਈ ਐਡੀ ਗੱਲ ਨਹੀਂ, ਪਰ ਗਰਮ ਮਸਾਲੇ ਵੀ ਸਾਡੇ ਲਈ ਵਧੀਆ ਹੁੰਦੇ ਨੇ। ਉਹਨਾਂ ਦਾ ਨਾਂ ਗਰਮ ਮਸਾਲੇ ਰੱਖਿਆ ਗਿਆ, ਪਰ ਉਹ ਗਰਮੀ ਨਹੀਂ ਕਰਦੇ। ਜੀ ਜੀ। ਸੋ ਜਿੱਦਾਂ ਤੁਸੀਂ ਹੁਣ ਬੜੀਆਂ ਸਾਰੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਗਿਣਾਤੀਆਂ, ਪਰ ਇਹ ਸਾਰੀਆਂ ਚੀਜ਼ਾਂ ਵਿੱਚੋਂ ਬਹੁਤੀਆਂ ਖਾ ਕੇ, ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਨੂੰ ਦਰੁਸਤ ਕਰਕੇ ਕਿੱਦਾਂ ਬਣਾਉਣਾ, ਉਹ ਤਾਂ ਠੀਕ ਹੈ। ਪਰ ਜਿਹੜੀਆਂ ਪਹਿਲਾਂ ਦੱਸੀਆਂ ਨੇ, ਕਈ ਵਾਰੀ ਉਦਾਂ ਦੀਆਂ ਚੀਜ਼ਾਂ ਖਾ ਕੇ ਫਿਰ ਪਾਚਨ ਕਿਰਿਆ ਜਾਂਦੀ ਹੈ ਹਿੱਲ, ਫਿਰ ਬੰਦਾ ਕਹਿੰਦਾ ਵੀ ਕਿੱਧਰੋਂ ਸਾਹ ਆਵੇ, ਕੋਈ ਇਦਾਂ ਦਾ ਹੂੰ, ਹੱਲ ਦੱਸੇ ਵੀ ਜਲਦੀ ਜਲਦੀ ਆਰਾਮ ਜਿਹਾ ਆ ਜਾਵੇ। ਦੌੜ ਬਹੁਤ ਲੱਗਦੀ ਹੂੰ, ਨਹੀਂ ਤਾਂ ਵਾਸ਼ਰੂਮ ਵੱਲ ਨੂੰ। ਹੂੰ। ਸੋ ਪਾਚਨ ਕਿਰਿਆ ਤੇ ਜਰਾ ਚਾਨਣਾ ਪਾਇਓ। ਪਾਚਨ ਕਿਰਿਆ ਇਸ ਤਰ੍ਹਾਂ ਹੈਗੀ ਆ ਕਿ ਜਿਨ੍ਹਾਂ ਲੋਕਾਂ ਦੀ ਪਾਚਨ ਕਿਰਿਆ ਖਰਾਬ ਹੁੰਦੀ ਹੈ, ਉਹਨਾਂ ਨੂੰ ਜੀ ਮਾਮੂਲੀ ਸਮਝ ਲੈਂਦੇ ਆ, ਮਾੜੀ ਮੋਟੀ ਗੱਲ ਸਮਝ ਕੇ। ਕਈ ਵਾਰੀ ਕੋਈ ਫੱਕੀ ਖਾ ਲਈ, ਕੋਈ ਚੂਰਨ ਖਾ ਲਿਆ, ਕੋਈ ਉਹੀ ਜਿਵੇਂ ਹਾਜ਼ਮੇ ਵਾਲੀਆਂ ਚੀਜ਼ਾਂ ਖਾ ਲਈਆਂ। ਇਹ ਚੀਜ਼ਾਂ ਦੇ ਚੱਕਰ 'ਚ ਨਹੀਂ ਪੈਣਾ। ਵੱਡੀ ਗੱਲ ਕੀ ਆ, ਕਾਲੇ ਛੋਲੇ ਲੈ ਲਓ 1 ਚਮਚਾ, ਉਹਦੇ 'ਚ 2 ਚੁਟਕੀ ਉਹ ਪਾ ਲਓ ਮੇਥੀ ਦਾਣਾ, ਫਿਰ ਉਹ 'ਚ 1 ਚੁਟਕੀ ਕਲੌਂਜੀ ਪਾ ਲਓ। ਇਹਨੂੰ ਪਾ ਕੇ ਭਿਉਂ ਲਓ ਰਾਤ ਨੂੰ, ਸਵੇਰੇ ਇਹਨੂੰ ਚੱਬ ਚੱਬ ਕੇ ਖਾਓ। ਤੁਸੀਂ ਦੇਖੋ ਕਮਾਲ ਦੇ ਰਿਜ਼ਲਟ। ਤੁਹਾਡੀ ਪਾਚਨ ਕਿਰਿਆ ਨਹੀਂ ਠੀਕ ਕਰ ਲੈਣੀ ਹੈ। ਨਾਰੀਅਲ ਪੀਆ ਕਰੋ, ਨਾਰੀਅਲ ਤੋਂ ਵੱਡੀ ਕੋਈ ਚੀਜ਼ ਨਹੀਂ ਹੈ। ਨਾਰੀਅਲ ਤਾਂ ਐਸੀ ਚੀਜ਼ ਹੈ ਕਿ ਜਿਹੜੀ ਚੀਜ਼ ਜਿਹਨੂੰ ਕੋਈ ਪੈਸਟੀਸਾਈਡ ਕੰਮ ਨਹੀਂ ਕਰਦਾ। ਉਹਦੇ ਅੰਦਰ ਵੜ ਕੇ ਉਹਨੂੰ ਕਿਸੇ ਨੇ ਕੁਛ ਨਹੀਂ ਲਾਉਣਾ, ਲਾ ਹੀ ਨਹੀਂ ਸਕਦਾ। ਉਹਦੇ ਉੱਤੇ ਰੱਬ ਨੇ ਖੋਪੜਾ ਹੀ ਏਡਾ ਚੜਾਇਆ ਪਿਆ ਮੋਟਾ, ਕਿ ਉਹਦੇ ਉੱਤੇ ਕਿਸੇ ਚੀਜ਼ ਦਾ ਅਸਰ ਨਹੀਂ ਪੈਂਦਾ। ਤਾਂ ਉਹ ਵੀ ਇੱਕ ਹਾਈਜੀਨਿਕ ਚੀਜ਼ ਹੈ, ਆਰਗੈਨਿਕ ਚੀਜ਼ ਹੈ, ਉਹਨੂੰ ਲਿਆ ਕਰੋ। ਤੇ ਬਾਕੀ ਜਦੋਂ ਤੁਹਾਨੂੰ ਮੌਕਾ ਮਿਲੇ ਤੁਸੀਂ ਮੇਰੇ ਨਾਲ ਸੰਪਰਕ ਜ਼ਰੂਰ ਬਣਾਇਆ ਕਰੋ। ਜੇ ਕਿਤੇ ਬਾਈ ਚਾਂਸ ਸੰਪਰਕ ਬਣ ਜਾਂਦਾ ਕਿਸੇ ਮਰੀਜ਼ ਦਾ, ਤਾਂ ਉਹ ਫਿਰ ਜਿਹੜੀ ਵੀ ਬਿਮਾਰੀ ਦੀ ਡਿਸਕਸ ਕਰਦਾ ਉਹਨੂੰ ਫਿਰ ਸਿਰੇ ਲਾਈਦਾ ਗੱਲ। ਉਹ ਫਿਰ ਐ ਨਹੀਂ ਹੁੰਦੀ ਵਿੱਚ ਵਿਚਾਲੇ ਪਾਚਨ ਕਿਰਿਆ ਖਰਾਬ ਹੈ, ਅਸੀਂ ਕਹਿੰਦੇ ਧੁੰਨੀ 'ਚ ਤੇਲ ਲਾਓ ਬਈ। ਧੁੰਨੀ 'ਚ ਤੇਲ ਲਾਓਗੇ, ਪੈਰਾਂ ਦੇ ਨੋਹਾਂ ਦੇ ਵਿੱਚ ਤੇਲ ਲਾਓ ਬਈ। ਉਹਦੇ ਨਾਲ ਕੀ ਹੋਊਗਾ, ਤੁਹਾਡੀ ਨਰਵ ਸਿਸਟਮ ਨੂੰ ਤਾਕਤ, ਜਿਵੇਂ ਜਿਵੇਂ ਸੁੱਕੇ ਪੇੜ ਨੂੰ ਪਾਣੀ ਦੇਣਾ, ਉਵੇਂ ਨੋਹਾਂ ਨੂੰ ਤੇਲ ਲਾਉਣਾ। ਤੇ ਇਸੇ ਤਰ੍ਹਾਂ ਇਹ ਚੀਜ਼ਾਂ ਜਿਹੜੀਆਂ ਨੇ ਫਾਇਦਾ ਕਰਦੀਆਂ ਨੇ। ਸਿਰ 'ਚ ਆਪਾਂ ਤੇਲ ਨਹੀਂ ਲਾਉਂਦੇ। ਅੱਗੇ ਸਾਡੀਆਂ ਬੁੜੀਆਂ ਮਾਵਾਂ ਭੈਣਾਂ ਸਾਡਾ ਸਿਰ ਐ ਮੱਥ ਦਿੰਦੀਆਂ ਸੀ, ਕੰਨਾਂ ਤੱਕ ਤੇਲ ਚੋਈ ਜਾਂਦਾ ਸੀ, ਸਕੂਲ 'ਚ ਜਾਂਦੇ ਨਾਲੇ ਚੀਕਾਂ ਨਿਕਲੀ ਲੜੀ ਜਾਂਦਾ ਸੀ। ਤੇ ਪਰ ਜੀ ਜੀ। ਉਦੋਂ ਦਾ ਤੇਲ ਲੱਗਿਆ, ਹੁਣ ਦੇਖੋ ਵੀ ਅੱਜ 60 ਸਾਲ ਦੀ ਉਮਰ 'ਚ ਵੀ ਮਾੜੀ ਮੋਟੀ ਖੇਤੀ ਚਮਕਦੀ ਆ। ਅੱਜ ਕੱਲ੍ਹ ਨੌਜਵਾਨਾਂ ਦੀ ਵੀ ਖੇਤੀ ਉੱਡੀ ਪਈ ਹੈ ਸਿਰ ਦੀ। ਤਾਂ ਇਹ ਚੀਜ਼ਾਂ, ਅੱਛਾ ਸਰੋਂ ਦਾ ਤੇਲ ਆ ਤੁਸੀਂ ਲਾਓ ਨਾ,
ਰਾਤ ਬਰਾਤ ਸਿਰ ਚਲਾ ਕੇ ਸੌਂ ਜਾਓ, ਚੰਗੀ ਤਰ੍ਹਾਂ ਚੌਪੜ ਕੇ ਕੱਪੜਾ ਬੰਨ੍ਹ ਲਓ, ਹੋਰ ਕੀ ਹੋਊਗਾ? ਉਹਦੇ ਨਾਲ ਥੋੜ੍ਹਾ ਜਿਹਾ ਦਿਮਾਗ ਨੂੰ, ਬ੍ਰੇਨ ਨੂੰ ਔਰ ਸਕਿਨ ਨੂੰ ਲੁਬਰੀਕੇਸ਼ਨ ਮਿਲਦਾ। ਤੇਲ ਜਿਹੜਾ ਹੈਗਾ ਤੁਸੀਂ ਜਿੱਥੇ ਵੀ ਬੋਡੀ ਦੇ ਵਿੱਚ ਦੇ ਸਕਦੇ ਹੋ, ਦਿਓ। ਜਿੱਥੇ ਬਾਬੇ ਨੇ, ਰੱਬ ਨੇ, ਮਾਲਕ ਨੇ ਜਿੱਥੇ-ਜਿੱਥੇ ਵਾਲ ਉਗਾਏ ਨੇ ਨਾ, ਉੱਥੇ-ਉੱਥੇ ਤੇਲ ਜ਼ਰੂਰ ਲਾਇਆ ਕਰੋ, ਕਿਉਂਕਿ ਵਾਲਾਂ ਦੇ ਜਿਹੜੇ ਮੁਸਾਮ ਹੁੰਦੇ ਆ, ਉਹ ਖੁੱਲ੍ਹਦੇ ਆ। ਜਦੋਂ ਖੁੱਲ੍ਹਦੇ ਆ ਤਾਂ ਬੋਡੀ ਮਸਾਜ ਨਾਲ ਉੱਪਰ ਕੰਮ ਹੁੰਦਾ। ਜਿਵੇਂ ਤੁਹਾਡੀ ਅੰਡਰ ਆਰਮ ਹੈ, ਕੱਛਾਂ ਦੇ ਵਿੱਚ ਕਦੇ ਨਹੀਂ ਤੇਲ ਲਾਇਆ ਹੋਣਾ ਤੁਸੀਂ। ਜਦੋਂ ਮੈਂ ਕਹੂੰਗਾ ਅੱਧੇ ਤਾਂ ਐਂ ਕਹਿਣਗੇ ਗੋਇਲ ਦਾ ਦਿਮਾਗ ਖਰਾਬ ਆ, ਕੱਛਾਂ 'ਚ ਵੀ ਕੋਈ ਤੇਲ ਲਾਉਂਦਾ? ਉਹ ਭਾਈ ਬਹੁਤ ਲੋਕ ਲਾਉਂਦੇ ਨੇ, ਲਾਇਆ ਕਰੋ। ਕੱਛਾਂ ਦੇ ਵਿੱਚ ਤੇਲ ਲਾਉਣ ਨਾਲ ਕੀ ਹੁੰਦਾ ਕਿ ਤੁਹਾਨੂੰ ਬੋਡੀ ਜਿਹੜੀ ਆ ਹਰ ਵਕਤ ਐਨਰਜੈਟਿਕ ਰਹਿੰਦੀ ਆ। ਕਦੇ ਮੋਢਿਆਂ 'ਚ ਦਰਦ ਨਹੀਂ ਹੁੰਦਾ। ਐ ਜਿਹੜਾ ਸਰਵਾਈਕਲ ਦਾ ਦਰਦ ਕਹਿੰਦੇ ਰਹਿੰਦੇ ਆ ਨਾ, ਇਹ ਸਰਵਾਈਕਲ ਹੋ ਗਿਆ। ਤੁਸੀਂ ਕਦੇ ਕੱਛਾਂ 'ਚ ਤੇਲ ਲਾਉਣਾ ਸ਼ੁਰੂ ਕਰ ਦਿਓ, ਤੁਸੀਂ ਦੇਖੋ ਜੀ ਕਿੰਨਾ ਫਾਇਦਾ ਹੁੰਦਾ। ਤੇ ਇਹ ਚੀਜ਼ਾਂ ਦਾ ਫਾਇਦਾ ਹੁੰਦਾ। ਬਾਕੀ ਜਿਹਨੂੰ ਕੋਈ ਬਿਮਾਰੀ ਇਹੋ ਜਿਹੀ ਰੱਬ ਨਾ ਕਰੇ ਲੱਗੀ ਹੋਈ ਆ, ਕੋਈ ਫੈਟੀ ਲੀਵਰ ਹੈ, ਕੋਈ ਸਰਵਾਈਕਲ ਦੀ ਬਿਮਾਰੀ ਹੈ, ਕੋਈ ਗੋਡੇ ਗਿੱਟਿਆਂ 'ਚ ਦਰਦ ਰਹਿੰਦਾ, ਮੋਢਿਆਂ 'ਚ ਦਰਦ ਰਹਿੰਦਾ, ਰੀੜ੍ਹ ਦੀ ਹੱਡੀ ਦੇ ਮਣਕੇ ਹਿੱਲੇ ਪਏ ਨੇ, ਡਿਸਕ ਦੀ ਪ੍ਰੋਬਲਮ ਰਹਿੰਦੀ ਆ, ਤਾਂ ਤੁਸੀਂ ਮੇਰਾ ਨੰਬਰ ਤੇ ਸੰਪਰਕ ਕਰਿਆ ਕਰੋ। WhatsApp ਦੇ ਉੱਤੇ ਵੌਇਸ ਮੈਸੇਜ ਪਾਇਆ ਕਰੋ। ਐਸੀ ਕੋਈ ਗੱਲ ਨਹੀਂ, ਦਿਨ 'ਚ 50-60 ਲੋਕਾਂ ਦਾ ਨੰਬਰ ਲੱਗਦਾ ਹੈ, ਮੇਰੇ ਨਾਲ ਗੱਲ ਹੁੰਦੀ ਹੈ। ਪਰ ਇਸ ਤੋਂ ਵੱਧ ਮੇਰੀ ਵੀ ਕਪੈਸਿਟੀ ਨਹੀਂ 50-60 ਲੋਕਾਂ ਨਾਲ ਹੀ ਗੱਲ ਕਰ ਪਾਉਂਦੇ ਆ, ਕਿਉਂਕਿ ਮੈਂ ਹਰੇਕ ਪੇਸ਼ੈਂਟ ਨਾਲ 15-20 ਮਿੰਟ ਗੱਲ ਕਰਦਾ। ਔਰ ਜੀ ਮੇਰੀ ਗੱਲ ਵੀ ਇੰਨੀ ਉਹਦੇ ਨਾਲ ਸਟੀਕ ਹੁੰਦੀ ਆ ਕਿ ਉਹ 20 ਮਿੰਟ ਦੇ ਵਿੱਚ ਗੱਲ ਕਰਦੇ ਅਕਾਊਂਟ ਨੰਬਰ ਲੈ ਕੇ ਮਨੀ ਟ੍ਰਾਂਸਫਰ ਕਰ ਦਿੰਦੇ ਆ ਵੀ ਆਹ ਲਓ ਗੋਇਲ ਸਾਹਿਬ ਭੇਜ ਦਿਓ ਦਵਾਈ। ਤਾਂ ਉਹੀ ਜੀ ਗੱਲ ਦਾ ਮਜ਼ਾ ਹੁੰਦਾ। ਐਂ ਥੋੜ੍ਹੀ ਹੁੰਦਾ ਵੀ ਆਪਾਂ ਗੱਲ ਕੀਤੀ, ਬੰਦੇ ਨੂੰ ਹੋਰੇ ਚੱਕਰਾਂ 'ਚ ਪਾਈ ਜਾਂਦੇ ਨੇ ਲੋਕੀ, ਗੋਡੇ ਬਦਲ ਲਓ, ਇਹ ਕਰ ਲਓ। ਤੁਸੀਂ ਦੇਖੋ ਵੀ ਆਪਾਂ ਜਿਹੜਾ ਕਾਲਾ ਗੂੰਦ ਲਾਂਚ ਕੀਤਾ ਜੀ, ਕਾਲਾ ਗੂੰਦ ਕੈਪਸੂਲ ਦੇ ਰੂਪ 'ਚ ਅਸੀਂ ਦਿੱਤਾ। ਲੋਕੀ ਇਹਨੂੰ ਰॉ ਵੇਚਦੇ ਆ, ਕਈ ਲੋਕੀ ਇਹਨੂੰ ਓਦਾਂ ਹੀ ਲੈ ਲੈਂਦੇ ਆ ਮਾਰਕੀਟ 'ਚੋਂ। ਏਦਾਂ ਨਹੀਂ ਲੈਣਾ। ਇਹ GMP ਸਰਟੀਫਾਈਡ ਡੱਬੀ ਦੇ ਉੱਤੇ ਲਿਖਿਆ ਹੋਇਆ, ਗਵਰਨਮੈਂਟ ਤੋਂ ਅਪਰੂਵਡ, ਔਰ ਜਿਹੜੀ ਡੱਬੀ ਦੇ ਉੱਤੇ ਵੈਦਵਾਨ ਦਾ ਮਾਰਕਾ ਲੱਗਿਆ ਹੋਵੇ, ਵੈਦਵਾਨ ਮਤਲਬ ਓਰੀਜਨਲ। ਇਹ ਮਾਰਕਾ ਲੱਗਦਾ ਹੀ ਤਾਂ ਹੀ ਹੈ ਵੈਦਵਾਨ, ਜੇ ਉਹ ਚੀਜ਼ ਓਰੀਜਨਲ ਹੈ। ਤਾਂ ਇਹ ਤੁਸੀਂ ਦੇਖ ਲਿਓ। ਇੱਕ ਤਾਂ ਕਾਲਾ ਗੂੰਦ ਅਸੀਂ ਜਿੱਦਾਂ ਲਾਂਚ ਕੀਤਾ ਨਾ ਜੀ, ਅੱਜ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਇੱਕ ਗੱਲ ਦੱਸ ਦਿੰਦਾ। ਜੀ 40% 40% ਮਤਲਬ 40% ਇੱਕ ਬਹੁਤ ਵੱਡੀ ਗੱਲ ਕਰ ਰਿਹਾ ਮੈਂ। 40% ਪਬਲਿਕ ਜਿਹੜੀ ਆ, ਜਿਹਨੂੰ ਇਹ ਵਹਿਮ ਹੋ ਗਿਆ ਸੀ ਵੀ ਮੇਰੇ ਗੋਡੇ 'ਚ ਗਰੀਸ ਮੁੱਕ ਗਈ, ਮੈਨੂੰ ਤਾਂ ਗੋਡੇ ਹੀ ਬਦਲਣੇ ਪੈਣਗੇ, ਉਹ ਲੋਕਾਂ ਦਾ ਮਾਈਂਡ ਚੇਂਜ ਹੋ ਗਿਆ। ਜਿਹੜੇ ਠੀਕ ਹੋਏ ਉਹ ਤਾਂ ਬਾਅਦ ਦੀ ਗੱਲ ਹੈ। ਪਹਿਲਾਂ ਬੜੀ ਗੱਲ ਹੈ ਜੀ, ਆਪਾਂ 40% ਲੋਕਾਂ ਦਾ ਮਾਈਂਡ ਚੇਂਜ ਕਰਨ ਦੇ ਵਿੱਚ ਕਾਮਯਾਬ ਹੋਏ। ਉਹਨਾਂ ਨੂੰ ਇਹ ਗੱਲ ਸਮਝਾਉਣ 'ਚ ਕਾਮਯਾਬ ਹੋਏ ਕਿ ਹਰੇਕ ਗੋਡਾ ਜਿਹੜਾ ਦੁਖਦਾ ਹੈ, ਉਹਦਾ ਆਪਰੇਸ਼ਨ ਕਰਨ ਦੀ ਲੋੜ ਨਹੀਂ ਹੈ। ਆਪਰੇਸ਼ਨ ਉਸ ਗੋਡੇ ਦੀ ਲੋੜ ਹੈ ਕਰਨ ਦੀ, ਜਿਹੜਾ ਮੰਜੇ ਤੇ ਬੰਦਾ ਪੈ ਗਿਆ, ਉਹਨੂੰ ਬਾਥਰੂਮ ਵੀ ਕੋਈ ਦੂਜਾ ਸਹਾਰਾ ਦੇ ਕੇ ਲੈ ਕੇ ਜਾਂਦਾ, ਉਹਦਾ ਗੋਡਾ ਹੀ ਨਹੀਂ ਤੁਰਦਾ। ਉਹਨੂੰ ਤਾਂ ਜੀ ਕਰਾਓ। ਤਾਂ ਪੌੜੀ ਚੜ੍ਹਦਾ, ਗੱਡੀ ਚਲਾਉਂਦਾ, ਮਗਰ ਭੱਜਦਾ, ਕੁੱਤੇ ਬਿੱਲੇ ਘੁਮਾਉਂਦਾ, ਸਾਰਾ ਕੰਮ ਕਰਦਾ, ਉਹ ਗੋਡਿਆਂ 'ਚ ਮਾੜੀ ਮੋਟੀ ਹਾਇਬੂ ਹੋਈ ਜਾਂਦੀ ਆ। ਉਹਨੂੰ ਗੋਡੇ ਬਦਲਣ ਦੀ ਲੋੜ ਨਹੀਂ ਹੈ। ਗੋਡੇ ਬਦਲਣ ਦੀ ਲੋੜ ਉਹਨੂੰ ਹੈ ਜਿਹੜਾ ਬੰਦਾ ਬੈੱਡ ਤੇ ਹੀ ਪੈ ਗਿਆ। ਫਿਰ ਅਸੀਂ ਕਹਿ ਦਿੰਦੇ ਹਾਂ ਵੀ ਭਾਈ ਹੁਣ ਮਰਦਾ ਕੀ ਨਹੀਂ ਕਰਦਾ, ਜਿਹੜੇ 4 ਦਿਨ ਜਿਉਣਾ, ਰਬੜ ਦਾ ਗੋਡਾ ਪਾ ਕੇ ਜੀ ਲਓ। ਪਰ ਜੇ ਜੀ ਤੁਸੀਂ ਤੰਦਰੁਸਤ ਹੋ, ਤੁਸੀਂ ਅਸਲੀ ਚੀਜ਼ ਜਿਹੜੀ ਅਸਲੀ ਹੈ, ਉਹਨੂੰ ਕਾਲਾ ਗੂੰਦ ਕੈਪਸੂਲ ਉਸ ਗੋਡੇ ਨੂੰ ਬਚਾਉਣ 'ਚ ਕਾਮਯਾਬ ਹੋਇਆ। ਇਹ ਬੜੀ ਗੱਲ, ਮਤਲਬ ਅੱਜ ਤੱਕ ਬਾਬਾ ਜੀ ਦੀ ਕਿਰਪਾ ਹੈ, ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਵੀ ਇਹਨੂੰ ਘੱਟੋ ਘੱਟ ਅਸੀਂ 3-3.5 ਸਾਲ ਹੋ ਗਏ ਜੀ ਮੈਨੂੰ ਇਹਦੇ ਬਾਰੇ ਪੂਰੀ ਚਰਚਾ ਕਰਦੇ ਨੂੰ। ਉਦੋਂ ਪਹਿਲਾਂ ਅਸੀਂ ਇਹ ਤੇ ਕੰਮ ਕਰਦੇ ਸੀ, ਬਸ 3.5 ਸਾਲ ਹੋ ਗਏ ਮੈਂ ਇਹ ਤੇ ਪੂਰੀ ਡਿਸਕਸ ਕਰ ਰਿਹਾ। ਔਰ 3.5 ਸਾਲ 'ਚ ਇਹ ਇੱਕ ਚੇਨ ਬਣੀ ਹੈ ਲੋਕਾਂ ਦੀ ਵੀ ਅੱਜ ਮੈਂ ਠੀਕ ਹੋ ਗਿਆ, ਵੀ ਮੈਂ 6 ਮਹੀਨੇ ਖਾ ਲਿਆ, ਮੈਂ ਠੀਕ ਆ, ਤੂੰ ਵੀ ਲੈ, ਤੂੰ ਵੀ ਲੈ। ਮਤਲਬ ਇਹ ਚੀਜ਼ ਬੜਾ ਆਨੰਦ ਆਉਂਦਾ ਜਦੋਂ ਲੋਕ ਆ ਕੇ ਕਹਿੰਦੇ ਨਾ ਦਿਓ ਜੀ 6 ਸ਼ੀਸ਼ੀਆਂ ਕਾਲੇ ਗੂੰਦ ਵਾਲੇ ਕੈਪਸੂਲ ਦੀਆਂ। ਆਹ ਡਾਕਟਰ ਸਾਹਿਬ, ਜੀ ਆਹ ਗੋਇਲ ਸਾਹਿਬ ਭੇਜ ਦਿਓ, ਕਾਲਾ ਗੂੰਦ ਕੈਪਸੂਲ ਭੇਜ ਦਿਓ। ਇੱਕ ਤੁਹਾਡੀ ਪੰਚਮ ਹਲਦੀ ਆ ਉਹ ਭੇਜ ਦਿਓ। ਇੱਕ ਗੋਇਲ ਸਾਹਿਬ ਤੁਹਾਡਾ ਉਹ ਤਾਕਤ ਦਾ ਕੈਪਸੂਲ ਹੈ ਉਹ ਵੀ ਦੇ ਦਿਓ, ਆਹ ਵੀ ਦੇ ਦਿਓ। ਮਤਲਬ ਉਹ ਫਿਰ ਐਂ ਲੱਗਦਾ ਵੀ ਅਸੀਂ ਜ਼ਰੂਰ ਕੁਛ ਦਿੱਤਾ। ਹੁਣ ਤਾਕਤ ਲਈ ਅਸੀਂ X+ ਗੋਲਡ ਦਿੱਤਾ ਲੋਕਾਂ ਨੂੰ। ਮਤਲਬ ਉਹ ਬਹੁਤ ਵਧੀਆ ਰਿਹਾ ਸਾਡੇ ਭਰਾਵਾਂ ਵਾਸਤੇ, ਜਿਨ੍ਹਾਂ ਨੂੰ ਤਾਕਤ ਘੱਟ ਹੈ ਬੋਡੀ 'ਚ, ਮਰਦਾਨਾ ਸ਼ਕਤੀ ਵਾਸਤੇ ਚਾਹੀਦਾ ਸੀ। ਗੁੱਡ ਰਿਹਾ ਉਹ X+ ਗੋਲਡ। ਨਾਲੇ ਕੋਈ ਐ ਨਹੀਂ ਵੀ ਲੱਖਾਂ ਰੁਪਇਆ ਲੱਗ ਜਾਣਾ, 2-3 ਹਜ਼ਾਰ ਰੁਪਏ ਦੀ ਸ਼ੀਸ਼ੀ ਹੈ, ਮਹੀਨਾ ਚੱਲ ਜਾਂਦੀ ਹੈ। ਬੜੇ ਸਿਸਟਮ ਨਾਲ ਅਸੀਂ ਇਹਨੂੰ ਕੰਮ ਕੀਤਾ। ਜਿਹੜੇ ਲੋਕਾਂ ਨੂੰ ਮਾਈਗ੍ਰੇਨ ਹੋ ਜਾਂਦਾ ਜਾਂ ਭੁੱਲ ਭੁੱਲ ਜਾਂਦੇ ਨੇ, ਉਹਨਾਂ ਵਾਸਤੇ ਬ੍ਰੇਨ ਡੋਜ਼ ਕੈਪਸੂਲ ਦਿੱਤਾ ਅਸੀਂ, ਅਸ਼ਵ ਅੰਮ੍ਰਿਤ ਪਾਊਡਰ ਦਿੱਤਾ ਅਸੀਂ। ਮਤਲਬ ਜਿਨ੍ਹਾਂ ਦਾ ਨਰਵ ਸਿਸਟਮ ਵੀਕ ਹੋ ਜਾਂਦਾ, ਨਾੜੀ ਤੰਤਰ, ਤੇ ਇਹ ਚੀਜ਼ਾਂ ਬਹੁਤ ਨੇ ਜੀ। ਮੇਰੇ ਖਿਆਲ 290 ਪ੍ਰੋਡਕਟ ਨੇ ਜੀ ਜਿਹੜੇ ਆਪਾਂ ਦੇ ਚੁੱਕੇ ਲੋਕਾਂ ਨੂੰ, ਔਰ ਸਾਰੇ ਹੈਲਥ ਮਤਲਬ ਗੁੱਡ ਫਾਰ ਹੈਲਥ ਨੇ। ਐ ਨਹੀਂ ਹੈ ਵੀ ਉਹੀ ਬਣਾਤੇ ਵੀ ਚੱਲ ਵੀ ਵਾਲਾਂ ਨੂੰ ਤੇਲ ਲਾਤਾ। ਹੁਣ ਸਾਡਾ ਵਾਲਾਂ ਦਾ ਤੇਲ ਹੀ ਤੁਸੀਂ ਯਕੀਨ ਕਰੋ
ਜੀ। ਐਕਸ ਤੇਲ ਬਣਿਆ ਜੀ, ਜਿਹੜਾ ਵਾਲਾਂ ਦੇ ਵਿੱਚ ਲੋਕਾਂ ਦੇ ਰੂਟ ਖਰਾਬ ਹੋ ਜਾਂਦੇ ਨੇ, ਵਾਲ ਝੜਦੇ ਨੇ, ਟੁੱਟਦੇ ਨੇ ਉਮਰ ਤੋਂ ਪਹਿਲਾਂ। ਹੁਣ ਜਿਵੇਂ ਸਾਡੇ ਵਰਗੀ ਉਮਰ 'ਚ ਤਾਂ ਹੋਣੇ ਹੀ ਨੇ, ਪਰ ਜਿਹੜੇ ਯੰਗ ਬੱਚਿਆਂ ਦੇ ਖਰਾਬ ਹੋ ਜਾਂਦੇ ਨੇ, ਵਾਲ ਝੜਦੇ ਆ, ਉਹਨਾਂ ਲਈ ਕੇਸ਼ ਕੰਜਕ ਹੇਅਰ ਆਇਲ ਬਣਾਇਆ, ਕੇਸ਼ ਕਾਲਾ ਹੇਅਰ ਆਇਲ ਬਣਾਇਆ। ਮਤਲਬ ਇਹ ਮਾਮੂਲੀ ਤੇਲ ਨਹੀਂ ਹੈਗੇ, ਇਹਨਾਂ ਨੂੰ ਐਂ ਸਮਝੋ ਵੀ ਇਹ ਮਤਲਬ ਮੋਤੀ ਨੇ ਜੀ, ਇੱਕ ਜਿਹੜੇ ਆਯੁਰਵੈਦਿਕ ਖਜ਼ਾਨੇ 'ਚੋਂ ਕੱਢ ਕੇ ਅਸੀਂ ਪੇਸ਼ ਕੀਤੇ ਨੇ। ਹਰੇਕ ਬੰਦੇ ਦੇ ਬਸ 'ਚ ਵੀ ਨਹੀਂ ਇਹਨਾਂ ਨੂੰ ਖਰੀਦਣਾ, ਪਰ ਜਿਹੜੇ ਖਰੀਦ ਲੈਂਦੇ ਆ ਉਹਨਾਂ ਵਾਸਤੇ ਬਹੁਤ ਕਮਾਲ ਦੇ ਰਿਜ਼ਲਟ ਆਉਂਦੇ ਆ। ਜੀ ਜੀ। ਸੋ ਤੁਹਾਡਾ ਤਜਰਬਾ ਤੇ ਤੁਹਾਡਾ ਸਫ਼ਰ ਵੀ ਬਹੁਤ ਲੰਬਾ ਹੈ, ਤੁਸੀਂ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਹੋ ਕਮਿਊਨਿਟੀ ਦੀ, ਉਸ ਦੇ ਵਿੱਚ ਲੱਗੇ ਹੋਏ ਹੋ। ਤਾਂ ਜਿਹੜੇ ਤੁਸੀਂ ਪ੍ਰੋਡਕਟ ਗਿਣਾਏ ਨੇ, ਇਹ ਤੁਹਾਡੀ ਮਿਹਨਤ ਦਾ ਹੀ ਨਤੀਜਾ ਹੈ। ਸੋ ਲਗਾਤਾਰ ਸੇਵਾ 'ਚ ਡਟੇ ਹੋਏ ਹੋ ਤੁਸੀਂ। ਪਰ ਆਖਰੀ ਸਵਾਲ ਇੱਥੇ ਲਾਵਾਂਗੇ, ਸ਼ੂਗਰ ਦੀ ਗੱਲ ਕਰਦੇ ਹਾਂ। ਸ਼ੂਗਰ ਦਾ ਮਰੀਜ਼ ਭਾਰਤ ਦੇ ਵਿੱਚ ਤਾਂ ਅਕਸਰ ਸਟੱਡੀਜ਼ ਆਉਂਦੀਆਂ ਨੇ ਕਿ ਕਹਿ ਲਓ ਵੀ ਗਿਣਤੀ ਬਹੁਤ ਵੱਡੇ ਪੱਧਰ ਤੇ ਸਪੀਡ ਦੇ ਨਾਲ ਵੱਧ ਰਹੀ ਹੈ। ਅੱਜ ਕੱਲ੍ਹ ਤਾਂ ਛੋਟੇ ਛੋਟੇ ਬੱਚਿਆਂ ਨੂੰ ਵੀ ਡਾਇਬੀਟੀਜ਼ ਦੀ ਬਿਮਾਰੀ ਹੋ ਰਹੀ ਹੈ। ਸੋ ਸ਼ੂਗਰ ਦੇ ਨਾਲ ਨਜਿੱਠਣ ਦੇ ਲਈ ਤੁਹਾਡੇ ਵੱਲੋਂ ਕੋਈ ਪ੍ਰੋਡਕਟ ਤਿਆਰ ਕੀਤਾ ਗਿਆ ਹੋਵੇ ਤੇ ਜਿਹੜਾ ਕਿ ਸ਼ੂਗਰ ਦੇ ਲਈ ਹੀ ਸਪੈਸ਼ਲ ਹੋਵੇ, ਤੇ ਇਸ ਦੇ ਵਿੱਚ ਹੋਰ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਕਿ ਜਦੋਂ ਸ਼ੂਗਰ ਹੋ ਗਈ ਉਦੋਂ ਤਾਂ ਦਵਾਈ ਖਾਣੀ ਹੈ, ਪਰ ਇਹ ਕੋਈ ਹੱਲ ਹੈਗਾ ਵੀ ਸ਼ੂਗਰ ਹੋਵੇ ਹੀ ਨਾ ਬੰਦੇ ਨੂੰ? ਦੇਖੋ, ਡਾਇਬੀਟੀਜ਼ ਦਾ ਬਹੁਤ ਵਧੀਆ ਇੱਕ ਸਿਸਟਮ ਹੈ, ਕਿਉਂਕਿ ਪਹਿਲੀ ਗੱਲ ਤਾਂ ਸਭ ਤੋਂ ਬੜੀ ਗੱਲ ਹੈ ਵੀ ਇਹ ਗੱਲ ਮੈਂ ਅਕਸਰ ਕਹਿੰਦੇ ਹੋਏ ਕਦੇ ਨਹੀਂ ਝਿਜਕਿਆ ਕਿ ਸ਼ੂਗਰ ਜਿਹੜੀ ਆ ਇਹ ਆਪਦੇ ਆਪ 'ਚ ਕੋਈ ਬਿਮਾਰੀ ਨਹੀਂ ਹੈ, ਇਹਨੂੰ ਕੋਈ ਬਿਮਾਰੀ ਦਾ ਦਰਜਾ ਨਹੀਂ ਹੈ। ਇਹ ਸਿਰਫ ਖਾਣ ਪੀਣ ਦੇ ਉੱਤੇ ਡਿਪੈਂਡ ਆ। ਜਦੋਂ ਤੁਹਾਡੇ ਪੈਂਕ੍ਰੀਆਸ ਦੇ ਬੀਟਾ ਸੈੱਲ ਵੀਕ ਹੋ ਜਾਂਦੇ ਆ ਤਾਂ ਤੁਹਾਨੂੰ ਉਸ ਟਾਈਮ ਸਿਰਫ ਆਪਣਾ ਖਾਣ ਪਾਣ ਠੀਕ ਰੱਖਣਾ ਚਾਹੀਦਾ। ਜਿਵੇਂ ਇੱਕ ਤੱਕੜੀ ਆਪਾਂ ਫੜ ਲੈਂਦੇ ਹਾਂ, ਤਰਾਜੂ, ਉਹਦੇ ਇੱਧਰ ਵੱਧ ਪੈ ਗਿਆ ਮਾਲ ਤਾਂ ਉੱਧਰ ਪੱਲੜਾ ਉੱਚਾ, ਇੱਧਰ ਪੈ ਗਿਆ ਉੱਧਰ ਉੱਚਾ। ਇਸੇ ਤਰ੍ਹਾਂ ਜੇ ਅਸੀਂ ਪਰਹੇਜ਼ ਕਰਾਂਗੇ, ਹੁਣ ਤੁਸੀਂ ਦੇਖੋ ਕਦੇ ਫਾਸਟ ਕਰ ਲਿਓ, ਡਾਇਬੀਟਿਕ ਪੇਸ਼ੈਂਟ ਨੂੰ ਮੈਂ ਕਹਿਣਾ ਕੋਈ ਦਵਾਈ ਨਾ ਖਾਓ, ਕੋਈ ਮਠਿਆਈ ਨਾ ਖਾਓ, ਕੋਈ ਰੋਟੀ ਨਾ ਖਾਓ, ਜਮਾਂ ਹੀ ਭੁੱਖੇ ਐਂ ਸੋਚੋ ਵੀ ਅੱਜ ਬਸ ਕੁਛ ਖਾਣਾ ਹੀ ਨਹੀਂ। ਜਿਵੇਂ ਹੁਣ ਬੜੇ ਲੋਕ ਕਰਦੇ ਆ, ਸੜਕਾਂ ਤੇ ਲੰਬੇ ਹੋ ਜਾਂਦੇ ਆ, ਭੁੱਖ ਹੜਤਾਲ ਕਰ ਦਿੰਦੇ ਆ। ਤੁਸੀਂ ਸ਼ੂਗਰ ਦੇ ਖਿਲਾਫ ਇੱਕ ਦਿਨ ਭੁੱਖ ਹੜਤਾਲ ਕਰਕੇ ਦੇਖੋ, ਤੁਹਾਨੂੰ ਪਤਾ ਲੱਗੂਗਾ ਵੀ ਇੱਕ ਦਿਨ ਭੁੱਖੇ ਰਹਿਣ ਦੇ ਨਾਲ ਤੁਹਾਡੀ ਸ਼ੂਗਰ ਜਿਹੜੀ ਆ, ਉਹ ਜਿਹੜੀ 200-300 ਤੇ ਤੁਰੀ ਫਿਰਦੀ ਸੀ 100-125 ਤੇ ਆ ਗਈ। ਕਿਵੇਂ ਆਈ ਬਈ? ਕਿਵੇਂ ਹੋ ਗਈ ਉਹ? ਕਿਹੜੀ ਦਵਾਈ ਖਾਧੀ ਸੀ? ਕੋਈ ਦਵਾਈ ਨਹੀਂ ਖਾਧੀ, ਸਿਰਫ ਅਸੀਂ ਖਾਇਆ ਨਹੀਂ, ਕੁਛ ਵੀ ਨਹੀਂ ਖਾਇਆ, ਖਾਲੀ ਪੇਟ ਰੱਖਿਆ। ਉਹਦੇ ਵਾਸਤੇ ਹੁਣ ਤੁਸੀਂ ਕਹੋਗੇ ਜੀ ਮਰਨਾ ਥੋੜ੍ਹੀ ਹੈ ਜੇ ਸ਼ੂਗਰ ਹੋ ਗਈ, ਮੈਂ ਕਦੋਂ ਕਹਿਣਾ? ਪਰ ਜਿਹੜਾ ਫਿਰ ਖਾਣਾ ਹੈ ਉਹ ਤਰੀਕੇ ਦਾ ਖਾਣਾ। ਜੇ ਤੁਸੀਂ ਦਾਰੂ ਪੀਂਦੇ ਹੋ ਤਾਂ ਉਹਦੇ ਨਾਲ ਜਿਹੜਾ ਖਾਣਾ ਹੈ ਉਹ ਤੁਸੀਂ ਸਪਰਾਊਟ ਲੈ ਲਓ। ਸਪਰਾਊਟ ਜਿਵੇਂ ਚਨੇ ਹੋ ਗਏ, ਮੂੰਗੀ ਦੀ ਦਾਲ ਹੋ ਗਈ, ਹੋਰ ਹੋ ਗਈ। ਮੈਂ ਕਿਸੇ ਨੂੰ ਪੀਣੋਂ ਨਹੀਂ ਰੋਕਦਾ, ਮੈਂ ਪਰ ਸ਼ਰਾਬ ਦੇ ਸਾਈਡ ਇਫੈਕਟ ਜ਼ਰੂਰ ਦੱਸਦਾ ਵੀ ਇਹਦੇ ਨੁਕਸਾਨ ਕੀ ਨੇ। ਉਹਦਾ ਨੁਕਸਾਨ ਕੀ ਹੈ? ਜਦੋਂ ਤੁਹਾਨੂੰ ਕੋਈ ਬਿਮਾਰੀ ਹੋ ਗਈ, ਚਾਹੇ ਉਹ ਸ਼ੂਗਰ ਹੈ, ਚਾਹੇ ਉਹ BP ਦੀ ਆ, ਚਾਹੇ ਉਹ ਗੋਡਿਆਂ ਮੋਢਿਆਂ ਦੀ ਆ, ਚਾਹੇ ਹਾਰਟ ਦੀ ਹੈ, ਚਾਹੇ ਕੈਂਸਰ ਦੀ ਆ, ਚਾਹੇ ਕਾਸੇ ਦੀ ਆ, ਜਦੋਂ ਤੁਹਾਨੂੰ ਬਿਮਾਰੀ ਹੋ ਗਈ ਤਾਂ ਇਹ ਲਾਮਤ ਜਦੇ ਛੱਡ ਦੇਣੀ ਚਾਹੀਦੀ ਹੈ, ਕਿਉਂਕਿ ਇਹਨੇ ਤੁਹਾਡੇ ਆਰਗਨਸ ਨੂੰ ਵੀਕ ਕਰਨਾ ਹੀ ਕਰਨਾ। ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ, ਸਵੇਰੇ ਕਿਉਂ ਨਹੀਂ ਬਾਥਰੂਮ 'ਚ ਤੁਸੀਂ ਕਹਿੰਦੇ ਨਹੀਂ ਬਹਿ ਕੇ ਉੱਠ ਕੇ ਜਦੋਂ ਬਹਿੰਦੇ ਹੋ ਵੀ ਯਾਰ ਰਾਤ ਬਹੁਤ ਹੋ ਗਈ, ਸਰੀਰ ਬੜਾ ਟੁੱਟਦਾ, ਹੈਂਗਓਵਰ ਹੋਇਆ ਪਿਆ, ਅੱਜ ਨਹੀਂ ਪੀਣੀ, ਕਹਿੰਦੇ ਹੋ ਨਾ? ਕੀ ਹੁੰਦਾ? ਹੌਲੀ ਹੌਲੀ ਬੋਡੀ ਜਦੋਂ ਦਿਨ 'ਚ ਇੰਪਰੂਵ ਹੋ ਜਾਂਦੀ ਹੈ, ਫਿਰ ਕਹਿ ਦਿੰਦੇ ਹੋ ਸ਼ਾਮ ਨੂੰ ਕੀੜੇ ਜਿਹੇ ਉੱਠਦੇ ਨੇ, ਚਲੋ ਮਾੜੀ ਜਿਹੀ ਲੈ ਲੈਂਦੇ। ਇਹ ਤਾਂ ਆਪਦੇ ਆਪ ਨਾਲ ਧੱਕਾ ਕਰਨ ਵਾਲੀ ਗੱਲ ਹੈ, ਦਾਰੂ ਬੰਦ ਕਰਨੀ ਚਾਹੀਦੀ ਹੈ। ਰਹੀ ਗੱਲ ਸ਼ੂਗਰ ਵਾਸਤੇ, ਤੁਸੀਂ ਮੈਨੂੰ ਸਵਾਲ ਕੀਤਾ ਵੀ ਗੋਇਲ ਸਾਹਿਬ ਦਵਾਈ ਕੋਈ ਇਹੋ ਜਿਹੀ ਹੋਵੇ। ਮੇਰਾ ਜਿਹੜਾ ਤਜਰਬਾ ਰਿਹਾ ਜੀ, ਮੈਂ ਲਗਾਤਾਰ 3 ਸਾਲ 4 ਸਾਲ ਇਹ ਸ਼ੂਗਰ ਦੀ ਜਿਹੜੀ ਦਵਾਈ ਹੈ ਇਹ ਲੋਕਾਂ ਦੇ ਵਿੱਚ ਫ੍ਰੀ ਵਿਤਰਨ ਕੀਤੀ ਹੈ। ਪਹਿਲਾਂ ਸ਼ੁਰੂ ਜਦੋਂ ਮੈਂ ਕੀਤਾ ਇਹ ਕੰਮ 1992 'ਚ ਫ੍ਰੀ ਵਿਤਰਨ ਕੀਤੀ 4 ਸਾਲ ਲਗਾਤਾਰ। ਔਰ ਕੀਤੀ ਵੀ ਕਿੱਥੇ? ਤੁਸੀਂ ਸਾਰੇ ਜਾਣਦੇ ਹੋਣੇ ਆ, ਮੋਹਾਲੀ ਅੰਬ ਸਾਹਿਬ ਗੁਰਦੁਆਰੇ 'ਚ ਉਹ ਬੜੀ ਦੇਰ ਕੰਮ ਕੀਤਾ। ਔਰ ਉਹਦੇ ਨਾਲ ਕੀ ਹੋਇਆ ਕਿ ਮੈਨੂੰ ਉੱਥੋਂ ਬੜਾ ਪਿਆਰ ਮਿਲਿਆ ਗੁਰੂ ਮਹਾਰਾਜ ਦਾ, ਗੁਰੂ ਮਹਾਰਾਜ ਦੀ ਸਾਧ ਸੰਗਤ ਦਾ ਜਿਹੜੀ ਰੋਜ਼ ਆਉਂਦੀ ਸੀ। ਤੇ ਅਸੀਂ ਕਦੇ ਕਿਸੇ ਤੋਂ ਪੈਸਾ ਨਹੀਂ ਲਿਆ, ਉਹਦੇ ਕਰਕੇ ਥੋੜਾ ਸਤਿਕਾਰ ਇਸ ਲਈ ਮਿਲਦਾ ਸੀ ਵੀ ਯਾਰ ਬੰਦਾ ਬਾਣੀਆਂ ਹੋ ਕੇ ਗੁਰਦੁਆਰੇ 'ਚ ਬਹਿ ਕੇ ਪੈਸੇ ਨਾ ਲਵੇ, ਬਾਣੀਆਂ ਤਾਂ ਪੱਕਾ ਵਪਾਰੀ ਹੁੰਦਾ। ਇਹ ਕੀ ਚੱਕਰ ਆ? ਪਰ ਚੱਕਰ ਇਹ ਸੀਗਾ ਕਿ ਉਹ ਸਾਡਾ ਇੱਕ ਗਰੋਇੰਗ ਤੇ ਰਿਸਰਚ ਪੀਰੀਅਡ ਸੀਗਾ। ਉਹ ਦਵਾਈ ਨੂੰ ਟੈਸਟ ਹੋ ਗਈ ਉੱਥੇ ਸਾਡੀ, ਔਰ ਜਦੋਂ ਹਰ ਬੰਦਾ ਕਹੇ ਆ ਕਿ ਠੀਕ ਚੱਲ ਰਹੀ ਹੈ ਤਾਂ ਫਿਰ ਅਸੀਂ ਉਹਨੂੰ ਪੇਟੈਂਟ ਕਰਾਇਆ, ਲੋਕਾਂ ਨੂੰ ਦਿੱਤਾ। ਉਦੋਂ ਫਿਰ ਇਹ 500-600 ਰੁਪਏ ਦੀ ਦਵਾਈ ਬਣਦੀ ਸੀ, ਉਸ ਹਿਸਾਬ 'ਚ ਦੇਤੀ। ਹੁਣ ਥੋੜਾ ਜਿਹਾ ਜ਼ਮਾਨਾ ਬਦਲ ਗਿਆ, ਸੋਨਾ ਵੀ ਬਹੁਤ ਮਹਿੰਗਾ ਹੋ ਗਿਆ ਕਿਉਂਕਿ ਉਹ ਪੈਂਦੀਆਂ ਨੇ ਚੀਜ਼ਾਂ 'ਚ ਭਸਮਾਂ, ਤਾਂ ਉਹਦੇ ਮੁਤਾਬਕ ਉਹ ਚੀਜ਼ਾਂ ਜਿਹੜੀਆਂ ਨੇ
ਉਹ ਆਪਦਾ ਕੰਮ ਕਰਦੀਆਂ ਨੇ। ਔਰ ਸਭ ਤੋਂ ਬੜੀ ਚੀਜ਼ ਮੈਂ ਤੁਹਾਨੂੰ ਦੱਸਦਾ ਜੀ, ਸਾਡੇ ਕੋਲੋਂ ਮੈਂ ਅੱਜ ਰਾਜ ਖੋਲਣ ਲੱਗਿਆ ਤੁਹਾਡੇ ਕੋਲੇ। ਇਹ ਪਤਾ ਕਿਉਂ ਖੋਲ ਦਿੰਦਾ ਮੈਂ ਰਾਜ ਅੱਜ ਕੱਲ੍ਹ ਟੀਵੀ ਚੈਨਲਾਂ ਤੇ? ਲੋਕ ਕਹਿੰਦੇ ਨੇ ਨੁਸਖੇ ਢਿੱਡ 'ਚ ਲੈ ਕੇ ਮਰ ਜਾਂਦੇ ਨੇ, ਵੈਦ ਦੱਸਦੇ ਨਹੀਂ। ਮੈਨੂੰ ਤਾਂ ਵੀ ਇਹ ਗੱਲ ਦਿਲੋਂ ਲੱਗੀ ਹੋਈ ਆ, ਮੈਂ ਤਾਂ ਦੱਸ ਕੇ ਜਾਊਂ ਸਾਰਿਆਂ ਨੂੰ, ਜੋ ਮਰਜ਼ੀ ਹੋ ਜੇ। ਘਰੇ ਬਣਾਓ, ਆਪ ਖਾਓ, ਲੋਕਾਂ ਨੂੰ ਖਵਾਓ। ਜਿਹੜੇ ਵੈਦ ਭਰਾ ਦੇਖਦੇ ਆ ਉਹ ਵੀ ਕਰ ਲੈਣ ਬੇਸ਼ੱਕ ਨੋਟ, ਕਿਉਂਕਿ ਇਹ ਕੰਮ ਦੀ ਚੀਜ਼ ਹੈ। ਇੱਕ ਤਾਂ ਸਭ ਤੋਂ ਵੱਧ ਫਾਇਦਾ ਕਰਦੀ ਹੈ ਵੀਟ ਗ੍ਰਾਸ ਦਾ ਪਾਊਡਰ। ਵੀਟ ਗ੍ਰਾਸ, ਜਿਹਨੂੰ ਕਣਕ ਦੇ ਜਵਾਰੇ ਦਾ ਪਾਊਡਰ ਕਹਿੰਦੇ ਆ ਆਪਾਂ। ਦੂਜਾ ਇਹਦੇ 'ਚ ਫਾਇਦਾ ਕਰਦਾ ਮੋਰਿੰਗਾ। ਮੋਰਿੰਗਾ ਜਿਹਨੂੰ ਆਪਾਂ ਸਹਿੰਜਣਾ ਕਹਿੰਦੇ ਆ, ਸਹਿੰਜਣੇ ਦੀਆਂ ਫਲੀਆਂ ਦਾ ਪਾਊਡਰ। ਔਰ ਉਸ ਤੋਂ ਵੀ ਬੜੀ ਚੀਜ਼ ਇਹਦੇ 'ਚ ਫਾਇਦਾ ਕਰਦੀ ਹੈ ਬੜੇਮੇ ਦੀ ਗਿਰੀ, ਜਿਹਨੂੰ ਕਾਟਨ ਸੀਡ ਕਹਿੰਦੇ ਆ। ਬੜੇਮੇ ਦੀ ਗਿਰੀ ਦਾ ਜਿਹੜਾ ਪਾਊਡਰ ਬਣਦਾ ਜੀ, ਉਹ ਮਤਲਬ ਚਿੜੀ ਦੀ ਜੀਭ ਵਰਗੀ ਹੁੰਦੀ ਹੈ ਵਿੱਚ ਛੋਟੀ ਜੀ, ਉਨੀ ਕੁ ਇੱਕ ਕੈਪਸੂਲ 'ਚ ਜਾਂਦੀ ਹੈ ਪਾਊਡਰ ਦੇ ਵਿੱਚ। ਤਾਂ ਉਹਦੇ ਨਾਲ ਅਸੀਂ ਪਾਉਂਦੇ ਆ ਅੰਬਾ ਹਲਦੀ, ਦਾਰੂ ਹਲਦੀ, ਤੇ ਇੱਕ ਅਸੀਂ ਉਹ 'ਚ ਪਾਉਂਦੇ ਆ ਗੁੜਮਾਰ ਬੂਟੀ, ਕਰੇਲਾ, ਜਾਮਨ, ਜਾਮਨ ਦੀ ਗੁਠਲੀ, ਤੇ ਇੱਕ ਉਹ 'ਚ ਬੇਲ ਪੱਤਰੀ। ਮੈਂ ਨੁਸਖਾ ਬੋਲਤਾ ਸਾਰੇ ਹੀ ਤਕਰੀਬਨ, ਧਿਆਨ ਨਾਲ ਨੋਟ ਕਰ ਲਿਓ। ਇਹ ਚੀਜ਼ਾਂ ਘਰੇ ਬਣਾਓਗੇ, ਬਰਾਬਰ ਪਾਉਣੀਆਂ ਨੇ। ਇਹ ਵੀ ਪੁੱਛਣ ਦੀ ਲੋੜ ਨਹੀਂ ਜੀ ਉਹ ਕਿੰਨਾ ਪਾਉਣਾ, ਉਹ ਕਿੰਨਾ ਪਾਉਣਾ। 100-100 ਗ੍ਰਾਮ ਸਾਰੀਆਂ ਪਾ ਲਓ, ਕਿਲੋ ਮਾਲ ਇਕੱਠਾ ਤਿਆਰ ਹੋ ਜਾਂਦਾ। ਸਾਲ ਭਰ ਨਹੀਂ ਮੁੱਕਦਾ ਮਿੱਤਰੋ, ਇੰਜੋਏ ਕਰੋ। ਇੱਕ ਚਮਚਾ ਸਵੇਰੇ ਖਾਲੀ ਪੇਟ ਖਾ ਲਓ, ਔਰ ਜਦੋਂ ਤੁਸੀਂ 4-5 ਮਹੀਨੇ ਖਾ ਲਿਆ, ਤੁਹਾਡੀਆਂ ਗੋਲੀਆਂ ਵੱਡੀਆਂ ਵੱਡੀਆਂ ਬੰਦ ਹੋ ਜਾਣੀਆਂ ਨੇ, ਜਿਹੜੀਆਂ ਅੰਗਰੇਜ਼ੀ ਖਾਂਦੇ ਆਪਾਂ। ਜਿਨ੍ਹਾਂ ਨੂੰ ਟੀਕਾ ਲੱਗਦਾ ਉਹਨਾਂ ਦਾ ਵੀ ਇਹਦੇ ਵਿੱਚ ਇੰਤਜ਼ਾਮ ਹੋ ਜਾਂਦਾ। ਔਰ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਕਮਜ਼ੋਰੀ ਰਹਿੰਦੀ ਆ, ਉਹਨਾਂ ਵਾਸਤੇ ਅਸੀਂ ਨਾਲ X+ ਗੋਲਡ ਦਿੱਤਾ ਹੋਇਆ, ਨਾੜੀ ਗਜ ਕੈਸਰੀ ਕੈਪਸੂਲ ਦਿੱਤਾ ਹੋਇਆ। ਇਹ ਕਈ ਤਰ੍ਹਾਂ ਦੇ ਕੈਪਸੂਲ ਦਵਾਈਆਂ ਦਿੱਤੀਆਂ ਹੋਈਆਂ ਨੇ। ਇੱਕ ਕਾਲੇ ਜਾਮਨ ਦੀ ਗੂੰਦ, ਗੱਲ ਨੂੰ ਗੌਰ ਨਾਲ ਸੁਣਿਓ। ਕਾਲੇ ਜਾਮਨ ਦੀ ਗੁਠਲੀ ਤਾਂ ਬਹੁਤ ਲੋਕ ਯੂਜ਼ ਕਰਦੇ ਨੇ, ਔਰ ਕਾਲੇ ਜਾਮਨ ਦੀ ਗੂੰਦ, ਗੂੰਦ ਮਤਲਬ ਜਿਵੇਂ ਇਨਸਾਨ ਦੇ ਸਰੀਰ 'ਚ ਖੂਨ ਹੁੰਦਾ, ਬੀਰਜ ਹੁੰਦਾ, ਉਹ ਇੱਕ ਐਕਸੈਕਟ ਸਾਡੇ ਸਰੀਰ ਦਾ ਤੱਤ ਹੁੰਦਾ। ਇਸੇ ਤਰ੍ਹਾਂ ਪੇਟ ਦਾ ਜਿਹੜਾ ਅਸਲੀ ਤੱਤ ਹੁੰਦਾ, ਪੇਟ ਦਾ ਜਿਹੜਾ ਤਾਕਤ ਹੁੰਦੀ ਹੈ, ਉਹ ਉਹਦੀ ਗੂੰਦ ਬਣ ਕੇ ਬਾਹਰ ਨਿਕਲਦਾ। ਔਰ ਉਹ ਰੱਬ ਨੇ ਬਣਾਇਆ ਐਸਾ, ਉਹਨੂੰ ਆਪਾਂ ਪਹਿਲਾਂ ਉਹ ਵੀ ਖਾਂਦੇ ਰਹੇ ਹਾਂ। ਲੇਕਿਨ ਜਿਹੜੀ ਜਾਮਣ ਦੀ ਗੂੰਦ ਹੈ, ਉਹ ਤੁਹਾਡੀ ਬਾਡੀ ਦੇ ਵਿੱਚ ਇਨਸੂਲਿਨ ਦਾ ਡਾਇਰੈਕਟ ਕੰਮ ਕਰਦੀ ਹੈ, ਡਾਇਰੈਕਟ ਇਨਸੂਲਿਨ ਦਾ ਕੰਮ ਕਰਦੀ ਹੈ। ਉਹ ਤੋਂ ਅਸੀਂ ਉਹਦਾ ਐਕਸਟ੍ਰੈਕਟ ਲੈ ਕੇ ਉਹ 'ਚ 5-7 ਚੀਜ਼ਾਂ ਹੋਰ ਮਿਲਾ ਕੇ, ਜੜੀਆਂ ਬੂਟੀਆਂ, ਉਹਨੂੰ ਮਿਸ਼ਰਣ ਤਿਆਰ ਕਰ ਲਿਆ ਤਾਂ ਕਿ ਉਹ ਕੈਪਸੂਲ 'ਚ ਭਰਿਆ ਜਾ ਸਕੇ। ਅਸੀਂ ਉਹਨੂੰ ਕੈਪਸੂਲ 'ਚ ਫਿਲ ਕੀਤਾ, ਤਿਆਰ ਕੀਤਾ, ਔਰ ਲੋਕਾਂ ਨੂੰ ਦਿੱਤਾ। ਇੱਕ ਕੈਪਸੂਲ ਸੁਬਾਹ, ਦੁਪਹਿਰੇ, ਸ਼ਾਮ ਉਹ ਦੇਈਦਾ। ਇੱਕ ਉਹ ਡਾਇਬਟੀਜ਼ ਕੰਟਰੋਲ ਪਾਊਡਰ ਜਿਹੜਾ ਮੈਂ ਹੁਣੀ ਦੱਸ ਕੇ ਹਟਿਆ ਨੁਸਖਾ, ਉਹ ਦੇਈਦਾ। ਪੇਸ਼ੈਂਟ ਸਾਡਾ ਦਿਨਾਂ ਦੇ ਵਿੱਚ ਕੰਟਰੋਲ 'ਚ ਆ ਜਾਂਦਾ, ਔਰ ਇਹ ਕਹਿਣ ਲੱਗ ਜਾਂਦਾ ਵੀ ਗੋਇਲ ਸਾਹਿਬ ਕਮਾਲ ਦੀ ਦਵਾਈ ਹੈ। ਸਾਨੂੰ ਤਾਂ ਹਾਲੇ ਤੱਕ ਐਂ ਲੱਗਦਾ ਸੀ ਵੀ ਸ਼ੂਗਰ ਕਿਸੇ ਚੀਜ਼ ਨਾਲ ਕੰਟਰੋਲ ਹੋ ਹੀ ਨਹੀਂ ਸਕਦੀ, ਪਰ ਦੇਖੋ ਤੁਸੀਂ। ਔਰ ਜਿਹੜੇ ਲੋਕ ਕਹਿੰਦੇ ਨੇ ਸ਼ੂਗਰ ਜੜੋਂ ਖਤਮ ਹੋ ਜੂਗੀ, ਭਾਈ ਉਹਨਾਂ ਦਾ ਰੱਬ ਹੀ ਰੱਖਾ। ਉਹ ਗੱਲ ਮੈਂ ਨਹੀਂ ਕਰ ਸਕਦਾ, ਕਿਉਂਕਿ ਸ਼ੂਗਰ ਐਸੀ ਬਿਮਾਰੀ ਹੈ, ਇਹ ਤੁਹਾਡੇ ਨਾਲ ਹੀ ਜਾਊਗੀ, ਸਾਂਭ ਕੇ ਤੁਸੀਂ ਰੱਖਣੀ ਹੈ ਵੀ ਵਧੇ ਨਾ। ਜੀ ਜੀ, ਸੋ ਬਹੁਤ ਚੰਗੇ ਤਰੀਕੇ ਦੇ ਨਾਲ ਤੁਸੀਂ ਚਾਨਣਾ ਪਾਇਆ ਸਾਰੀਆਂ ਗੱਲਾਂ ਤੇ। ਗੋਇਲ ਸਾਹਿਬ, ਤੁਸੀਂ ਸਮਾਂ ਦਿੱਤਾ ਉਹਦੇ ਲਈ ਧੰਨਵਾਦ ਤੁਹਾਡਾ। ਤੇ ਦਰਸ਼ਕਾਂ ਨੂੰ ਕਹਿਣਾ ਚਾਹਾਂਗੇ ਕਿ ਨੰਬਰ ਅਤੇ ਐਡਰੈਸ ਹੇਠਾਂ ਚੱਲ ਰਹੇ ਨੇ, ਕਿਸੇ ਵੀ ਸਮੇਂ ਤੁਸੀਂ ਸੰਪਰਕ ਕਰ ਸਕਦੇ ਹੋ। ਗੋਇਲ ਸਾਹਿਬ ਮੈਨੂੰ ਲੱਗਦਾ ਬਹੁਤ ਘੱਟ ਸੌਂਦੇ ਨੇ, ਬਹੁਤਾ ਸਮਾਂ ਉਹ ਅਵੇਲੇਬਲ ਹੀ ਰਹਿੰਦੇ ਨੇ। WhatsApp ਤੇ ਜਦੋਂ ਵੀ ਮੈਸੇਜ ਕਰਨਾ ਹੈ, ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਨਹੀਂ, ਤੁਸੀਂ ਬੋਲ ਕੇ ਮੈਸੇਜ ਕਰੋਗੇ ਤਾਂ ਉਹਨਾਂ ਨੂੰ ਆਸਾਨੀ ਰਹੂਗੀ ਤੇ ਤੁਹਾਡਾ ਰਿਪਲਾਈ ਵੀ ਉਹ ਜਲਦੀ ਕਰਨਗੇ। ਗੋਇਲ ਸਾਹਿਬ, ਅੰਤ ਦੇ ਵਿੱਚ ਜੇ ਕੁਝ ਕਹਿਣਾ ਚਾਹੁੰਦੇ ਹੋ ਦਰਸ਼ਕਾਂ ਨੂੰ? ਮੈਂ ਤੁਹਾਡੀ ਗੱਲ ਤੇ ਗੱਲ ਕਹੂੰਗਾ, ਤੁਸੀਂ ਕਿਹਾ ਵੀ ਘੱਟ ਸੌਂਦੇ ਨੇ, ਮੈਂ ਘੱਟ ਘੁੱਟ ਨਹੀਂ ਸੌਂਦਾ, ਮੈਂ 6 ਘੰਟੇ ਸੌਣਾ ਘੱਟੋ ਘੱਟ। ਪਰ 6 ਘੰਟੇ ਮੈਂ ਐਸਾ ਸੌਣਾ, ਫਿਰ ਚਾਹੇ ਢੋਲ ਵੱਜੀ ਜਾਣ, ਫਿਰ ਗੋਇਲ ਸਾਹਿਬ ਸੁੱਤੇ ਪਏ, ਔਰ ਫਿਰ ਨੀਂਦ ਵੀ ਪੂਰੀ ਵਧੀਆ। ਹਾਂ, ਕਿਉਂਕਿ ਸਾਡੇ ਨਾ ਬਜ਼ੁਰਗਾਂ ਨੇ ਇੱਕ ਗੱਲ ਕਹੀ ਸੀ ਵੀ ਪੁੱਤ ਮੇਰਿਆ, ਜ਼ਿੰਦਗੀ 'ਚ ਕੋਈ ਇਹੋ ਜਿਹਾ ਕੰਮ ਨਾ ਕਰ ਬੈਠੀ ਵੀ ਤੈਨੂੰ ਰਾਤ ਨੂੰ ਨੀਂਦ ਨਾ ਆਵੇ, ਹੈ ਜੀ। ਤੇ ਦੂਜੀ ਗੱਲ ਕਹੀ ਸੀ ਵੀ ਪੁੱਤ ਮੇਰਾ, ਰਾਤ ਨੂੰ ਕੋਈ ਇਹੋ ਜਿਹਾ ਕੰਮ ਨਾ ਕਰ ਬੈਠੀ ਕਿ ਲੋਕਾਂ ਤੋਂ ਦਿਨੇ ਅੱਖਾਂ ਬਚਾਉਂਦਾ ਫਿਰੀ ਜਾਵੇਂ। ਇਹ ਗੱਲ ਪੱਲੇ ਬੰਨੀ ਹੋਈ ਆ, ਹੈ ਜੀ। ਤੇ ਮੈਂ ਕਹਿੰਦਾ ਇਹ ਗੱਲ ਜਿਹਨੇ ਪੱਲੇ ਬੰਨ ਲਈ, ਉਹਨੂੰ ਮੌਜਾਂ ਹੀ ਮੌਜਾਂ ਨੇ, ਉਹਨੂੰ ਰੱਬ ਦੀ ਪੂਰੀ ਕਿਰਪਾ। ਔਰ ਬਾਕੀ ਛੋਟੀ ਜਿਹੀ ਗੱਲ ਹੋਰ ਹੈ ਜਿਹੜੀ ਤੁਹਾਨੂੰ ਕਹਿਣੀ ਹੈ, ਵੀ ਤੁਹਾਡੇ ਘਰ 'ਚ ਕੋਈ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈ, ਕੋਈ ਬਿਮਾਰੀ ਹੈ, ਕੋਈ ਤੁਹਾਨੂੰ ਲੱਗਦਾ ਹੈ ਵੀ ਕਿਸੇ ਆਯੁਰਵੈਦਿਕ ਸਿਸਟਮ ਦੇ ਵਿੱਚ ਜਾ ਕੇ ਆਪਾਂ ਨੂੰ ਗੱਲਬਾਤ ਕਰਨੀ ਚਾਹੀਦੀ ਆ, ਤਾਂ ਮੈਂ ਤੁਹਾਡਾ ਆਪਣਾ ਭਰਾ, ਔਰ ਮੈਂ ਹੁਣ ਇੱਕ ਟੀਮ ਬਣਾ ਲਈ ਹੈ ਆਪਣੇ ਡਾਕਟਰਾਂ ਦੀ। ਉਹ ਮੈਨੂੰ ਬਣਾਉਣੀ ਪਈ, ਕਿਉਂਕਿ ਐਡਾ ਵੱਡਾ ਤਾਮਝਾਮ ਜਦੋਂ ਬਣਦਾ ਫਿਰ ਉਹਨੂੰ ਮਿਲ ਕੇ ਸਾਰੇ ਜਾਣਿਆਂ ਨੂੰ ਕਰਨਾ ਪੈਂਦਾ। 130 ਡਾਕਟਰ ਆਪਾਂ ਨੇ ਅਪੁਆਇੰਟ ਕੀਤੇ ਆ, ਜਿਨ੍ਹਾਂ ਦੇ ਲਈ ਇੱਕ ਬਹੁਤ ਵੱਡਾ ਕਾਲ ਸੈਂਟਰ ਬਣਿਆ। ਔਰ ਉਹ ਡਾਕਟਰ ਜਿਹੜੇ ਆ, ਉਹ ਜਦੋਂ ਤੁਹਾਡੇ ਟ੍ਰੀਟਮੈਂਟ ਸ਼ੁਰੂ ਹੁੰਦੇ ਆ, ਫਿਰ ਉਹ ਡਾਕਟਰਾਂ ਨੂੰ ਮੈਂ ਸੇਵਾ ਦਿੰਦਾ ਕਿ ਉਹ ਤੁਹਾਡੇ ਨਾਲ ਗੱਲਬਾਤ ਕਰਦੇ ਰਹਿਣ। ਤੇ ਉਦੋਂ ਪਹਿਲਾਂ ਤੁਸੀਂ ਜਿਹੜਾ ਵੀ ਸਵਾਲ ਰੱਖਣਾ ਚਾਹੁੰਦੇ ਹੋ,
वॉइस मैसेज पा दिओ टैलीफोन ते मोबाइल नंबर ते और मेरा मोबाइल नंबर नोट कर लो 99 150 99 575 99150 99575 ਇਹ ਨੰਬਰ ਤੇ ਮੇਰੇ ਤੇ WhatsApp ਹਮੇਸ਼ਾ ਚੱਲਦਾ ਰਹਿੰਦਾ ਔਰ ਕੋਈ ਪ੍ਰੋਬਲਮ ਨਹੀਂ ਕਿਸੇ ਕਿਸਮ ਦੀ ਤੁਹਾਡਾ ਮੈਸੇਜ ਆਊਗਾ ਹਲੇ ਤਾਂ ਥੋੜਾ ਜਿਹਾ ਟਾਈਮ ਲੱਗਦਾ ਵੇਟਿੰਗ ਹੈ ਹਫਤੇ ਕ ਦੀ ਹਫਤੇ 10 ਦਿਨ ਚ ਮੈਂ ਜਵਾਬ ਰਿਪਲਾਈ ਦੇ ਦਿੰਦਾ ਪਰ ਆਉਣ ਵਾਲੇ ਸਮੇਂ ਚ ਮੈਂ ਇਸ ਤਰ੍ਹਾਂ ਦੀ ਵਿਵਸਥਾ ਕਰਤੀ ਹੈ ਕਿ ਤੁਹਾਨੂੰ ਡੇਲੀ ਉਹਦਾ ਰਿਪਲਾਈ ਜਿਹੜਾ ਹੈਗਾ ਉਹ ਸਾਇੰਟੀਫਿਕਲੀ ਰਿਪਲਾਈ ਤੁਹਾਨੂੰ ਮਿਲਦਾ ਰਹੇ ਆਪਣਾ ਪਿਆਰ ਆਪਣਾ ਸਾਥ ਆਪਣਾ ਸਹਿਯੋਗ ਆਪਣਾ ਆਸ਼ੀਰਵਾਦ ਆਪਣੇ ਭਰਾ ਸੁਭਾਸ਼ ਗੋਇਲ ਤੇ ਬਣਾਈ ਰੱਖਿਓ ਤਾਂ ਕਿ ਜਿੰਨੀ ਦੇਰ ਜੀਵਾਂਗੇ ਤੁਹਾਡੀ ਸੇਵਾ ਕਰਾਂਗੇ ਔਰ ਤੁਹਾਡੀ ਸੇਵਾ ਦੇ ਵਿੱਚ ਹੀ ਆਨੰਦ ਹੈ ਮਾਇਆ ਤਾਂ ਬੈਂਕਾਂ 'ਚ ਪਈ ਰਹਿ ਜਾਣੀ ਹੈ ਇਹ ਸੁਭਾਸ਼ ਗੋਇਲ ਨੂੰ ਪਤਾ ਹੈ ਇਹ ਕੰਮ ਸੁਭਾਸ਼ ਗੋਇਲ ਨੇ ਸਿੱਖ ਲਿਆ ਹੋਇਆ ਕਿ ਬੈਂਕਾਂ 'ਚ ਨਹੀਂ ਰੱਖਣੀ ਮਾਇਆ ਖਿਲਾਰ ਕੇ ਰੱਖਣੀ ਹੈ ਭੈਣਾਂ ਭਰਾਵਾਂ ਦੇ ਕੰਮ ਆਉਂਦੀ ਰਹੇ ਗੁਰਦੁਆਰੇ ਮੰਦਰਾਂ 'ਚ ਲੱਗਦੀ ਰਹੇ ਕਿਸੇ ਦਾ ਬੱਚਾ ਪੜ੍ਹ ਜੇ ਏਦਾਂ ਦੀਆਂ ਚੀਜ਼ਾਂ ਦੇ ਕੰਮ ਕਰਕੇ ਆਨੰਦ ਆਉਂਦਾ ਪਰ ਜਦੋਂ ਤੁਸੀਂ ਕਹਿੰਦੇ ਹੋ ਵੀ ਗੋਇਲ ਸਾਹਿਬ ਮੇਰਾ ਪੇਸ਼ੈਂਟ ਠੀਕ ਹੋ ਗਿਆ ਤਾਂ ਫਿਰ ਤਾਂ ਉਹੀ ਸੋਨੇ ਤੇ ਸਾਗਾ ਸੀ ਕਹਿੰਦੇ ਹੁੰਦੇ ਬਾਬੇ ਨਾਨਕ ਦਾ ਆਸ਼ੀਰਵਾਦ ਮਿਲਿਆ ਸਾਨੂੰ ਕਿ ਤੁਹਾਡਾ ਬੱਚਾ ਠੀਕ ਹੋ ਜੀ ਸੋ ਗੋਇਲ ਸਾਹਿਬ ਤੁਸੀਂ ਚਾਨਣਾ ਪਾਇਆ ਸਾਰੀਆਂ ਗੱਲਾਂ ਤੇ ਆਪਣਾ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ।